ਕਾਂਸੀ ਟੀਵੀ ਦੇ ਸਿਹਤ ਪ੍ਰੇਮੀਓ, ਪਿਆਰ ਲਾਲ ਬੰਗੜ ਵੱਲੋਂ ਆਪ ਸਭ ਨੂੰ ਪਿਆਰ ਭਰੀ ਜੈ ਗੁਰਦੇਵ, ਨਮਸਕਾਰ, ਸਤਿ ਸ਼੍ਰੀ ਅਕਾਲ, ਸਲਾਮ ਅਲੈਕਮ ਤੇ ਜੈ ਭੀਮ ਜੀ। ਉਮੀਦ ਹੈ ਕਿ ਜਿੱਥੇ ਕਿਤੇ ਵੀ ਤੁਸੀਂ ਹੁਣ ਇਸ ਵੇਲੇ ਕਾਂਸੀ ਟੀਵੀ ਦੇਖ ਰਹੇ ਹੋ, ਆਪਣੇ ਘਰੀ ਤੰਦਰੁਸਤ ਹੋਵੋਗੇ, ਰਾਜੀ ਖੁਸ਼ੀ ਹੋਵੋਗੇ ਔਰ ਇੱਕ ਘੰਟਾ ਮੇਰੇ ਸਾਥ ਕਵੀ ਦਰਬਾਰ ਦੇ ਵਿੱਚ ਸਾਡੀਆਂ ਰਚਨਾਵਾਂ, ਕਵੀਆਂ ਦੀਆਂ ਰਚਨਾਵਾਂ, ਮੇਰੇ ਦਿਲ ਦੀਆਂ ਲਿਖਤਾਂ, ਹਰ ਇੱਕ ਗੱਲ ਜਿਹੜੀ ਆ ਅਸੀਂ ਤੁਹਾਡੇ 'ਚ ਪੇਸ਼ ਕਰਾਂਗੇ। ਬੜੇ ਪਿਆਰ ਦੇ ਨਾਲ ਤੁਸੀਂ ਸੁਣਨਾ, ਧਿਆਨ ਦੇਣਾ ਔਰ ਇੱਕ ਘੰਟਾ ਆਪਾਂ ਪੂਰੀ ਕੋਸ਼ਿਸ਼ ਕਰਨੀ ਹੈ ਕਿ ਸਤਿਗੁਰ ਦੀ ਮਹਿਮਾ 'ਚ ਜਾਂ ਹੋਰ ਜੋ ਵੀ ਸਾਡੀਆਂ ਰਚਨਾਵਾਂ ਹਨ ਉਹਨਾਂ ਦੇ ਵਿੱਚ ਪੂਰਾ ਰਸ ਹੋਏਗਾ, ਪਿਆਰ ਹੋਏਗਾ, ਪ੍ਰੇਮ ਹੋਏਗਾ। ਅਤੇ ਸਤਿਗੁਰ ਦੀ ਮਹਿਮਾ 'ਚ ਪਹਿਲਾਂ ਮੈਂ ਇੱਕ ਕਵਿਤਾ ਬੋਲੂੰਗਾ, ਉਸ ਤੋਂ ਬਾਅਦ ਲਾਈਨਾਂ ਤਾਂ ਖੁੱਲ੍ਹੀਆਂ ਹਨ, ਤੁਸੀਂ ਹੁਣੇ ਹੀ ਲਾਈਨਾਂ ਲਾ ਲਓ ਆਪਣੀਆਂ। ਟੈਲੀਫੋਨ ਨੰਬਰ ਦਾ ਤੁਹਾਨੂੰ ਪਤਾ ਹੀ ਹੈ 0300 770 2246 ਔਰ ਅਗਰ ਬਾਹਰੋਂ ਕਰ ਰਹੇ ਹਾਂ ਤਾਂ 0044 ਲਾ ਕੇ ਫਿਰ 300 770 2246 ਲਾਉਣਾ ਹੈ ਅਤੇ ਤੁਹਾਡੀ ਆਵਾਜ਼ ਮੇਰੇ ਆਪਣੇ ਮੰਮੀ ਸਾਹਿਬ ਕੋਲ ਪਹੁੰਚੇਗੀ ਔਰ ਫਿਰ ਮੈਂ ਅੱਗੇ ਸਾਰੇ ਸੰਸਾਰ ਨੂੰ ਤੁਹਾਡੀ ਆਵਾਜ਼ ਪਹੁੰਚਾਵਾਂਗਾ। ਸਤਿਗੁਰ ਦੀ ਮਹਿਮਾ ਦੇ ਵਿੱਚ ਕੁਛ ਲਾਈਨਾਂ ਇਸ ਤਰ੍ਹਾਂ ਹਨ ਕਿ ਸਤਿਗੁਰ ਜੀ ਮੇਰੀ ਆਨ ਹੈ ਸਤਿਗੁਰ ਰਵਿਦਾਸ ਜੀ, ਅਤੇ ਮੇਰੀ ਸ਼ਾਨ ਹੈ ਸਤਿਗੁਰ ਰਵਿਦਾਸ ਜੀ, ਅਤੇ ਮੇਰਾ ਈਮਾਨ ਵੀ ਸਤਿਗੁਰ ਰਵਿਦਾਸ ਜੀ ਸੰਗਤੇ, ਮੇਰੀ ਤਾਂ ਜ਼ਿੰਦ ਜਾਨ ਹੈ ਸਤਿਗੁਰ ਰਵਿਦਾਸ ਜੀ। ਗੁਰੂ ਜੀ ਨੂੰ ਸਮਰਪਿਤ ਹੋਣਾ ਹੈ ਕਿਉਂਕਿ ਇਹ ਮੇਰਾ ਸਿਦਕ ਮੈਨੂੰ ਅਤੀ ਪਿਆਰਾ, ਮੇਰਾ ਇਸ਼ਟ ਹੈ ਮੇਰੀ ਜ਼ਿੰਦੂ ਉਧਾਰਾ, ਮੇਰੇ ਸਾਹਾਂ ਦੀ ਧੜਕਣ ਨਾ ਅਟਕਣ ਨਾ ਕੋਈ ਅੜਚਨ, ਸਤਨਾਮ ਹੈ ਮੇਰਾ ਸਹਾਰਾ, ਹਰੀ ਨਾਮ ਹੈ ਮੇਰਾ ਸਹਾਰਾ, ਮੇਰੀ ਸੋਚ ਅੰਤਰੀਵ ਤਲਖ ਅਗੋਸ਼ ਮੇਰਾ ਆਦਰਸ਼ ਹੈ, ਇੰਤਹਾ ਮੇਰਾ ਨਿਸਤਾਰਾ, ਮੇਰੇ ਜਿਹਨ 'ਚ ਨੂਰੀ ਦੀਪ ਜਗਾਏ, ਮੈਨੂੰ ਪ੍ਰਭੂ ਦਰ 'ਤੇ ਲਿਆਏ, ਮੇਰਾ ਗਿਆਨ ਮੇਰੇ ਅਰਮਾਨ ਹੈ ਸਤਿਗੁਰ ਰਵਿਦਾਸ ਜੀ, ਸਤਿਗੁਰ ਰਵਿਦਾਸ ਜੀ। ਦੁਨੀਆ ਵਾਲਿਓ, ਮੇਰਾ ਸਤਿਗੁਰ ਕਾਸ਼ੀ 'ਚ ਆਇਆ, ਕੀਤਾ ਜ਼ੁਲਮਾਂ ਅਡੰਬਰਾਂ ਦਾ ਜੀਨੇ ਸਫਾਇਆ, ਵਿਪਰਾਂ ਨੂੰ ਸਿੱਧੇ ਰਾਹ ਪਾਇਆ, ਵੇਦਾਂ ਸਿਮਰਤੀਆਂ ਤਾਈਂ ਝੁਠਲਾਇਆ, ਚਿਤ ਨਾਮ ਸਿਮਰਨ ਸੰਗ ਲਾਇਆ, ਕਲਪਤ ਕੂੜ ਹਨੇਰ ਹਟਾਇਆ, ਜਿਹਨੇ ਦੱਸਿਆ ਭੇਤ ਇਲਾਹੀ ਕਿ ਰੋਮ ਰੋਮ 'ਚ ਵਸੇ ਖੁਦਾਈ, ਉਹ ਸਿਰਜਣਹਾਰ ਮਿਹਰਬਾਨ ਮੇਰਾ ਭਗਵਾਨ ਹੈ ਸਤਿਗੁਰ ਰਵਿਦਾਸ ਜੀ, ਮੇਰੀ ਆਨ ਸਤਿਗੁਰ ਰਵਿਦਾਸ ਜੀ ਹੈ, ਮੇਰਾ ਈਮਾਨ ਸਤਿਗੁਰ ਰਵਿਦਾਸ ਜੀ। ਲਿਖਿਆ ਹੈ ਕਿ ਉਹ ਸੱਚ ਦਾ ਬੰਜ਼ਾਰਾ ਲੋਕੋ, ਹੱਥੀਂ ਕਿਰਤ ਦਾ ਨੂਰ ਮਨਾਰਾ ਲੋਕੋ। ਗੁਰੂ ਜੀ ਨੇ ਕਿਹਾ ਕਿ ਮੰਗਣਾ ਨਹੀਂ, ਹੱਥੀਂ ਕਿਰਤ ਕਰਨੀ ਹੈ। ਉਹ ਤਾਂ ਸਾਰੇ ਜਗ ਤੋਂ ਨਿਆਰਾ ਲੋਕੋ, ਆਦਮ ਰੂਪ 'ਚ ਰੱਬ ਸਚਿਆਰਾ ਲੋਕੋ, ਬ੍ਰਹਮੰਡ ਦਾ ਕੁੱਲ ਅਵਤਾਰਾ ਲੋਕੋ, ਬੱਜੀ ਅਨਹਦ ਨਾਦ ਤੇ ਸੁਣੀ ਗਈ ਫਰਿਆਦ, ਰੱਖੀ ਗਰੀਬ ਦੀ ਖੁਦਾ ਲਾਜ, ਬੋੜਿਆ ਨਿਆਸਰਿਆਂ ਦਾ ਹੋ ਸਹਾਰਾ ਲੋਕੋ। ਬੇਗਮਪੁਰਾ ਉਸ शहर बसाया, बेगमपुरा शहर का नाम दुख अंदो नहीं तैथा, खौफ न खता तरस जवाब। ऐसा बेगमपुरा तुर्की बाणी जिन्हें खुद लिखी, उन्हें सिरजिया समाजवाद दा नवां जहान, खुद इंसान सतगुर रविदास जी, सतगुर रविदास जी है मेरा ईमान, सतगुर रविदास जी संगते है मेरी जिंद जान सतगुर रविदास जी। गुरां दा उपदेश प्यारे, पंज दोख तो पालै छुटकारे, जे चाहना पबज लियो पार उतारे, ये पुत्र करतर है कूड़ पसारा, मोह माया तो कर किनारा, जो कंध बनिया नबी विचकारे, क्योंकि ये दुनिया है फना दी बेला, जान ड्योरे मानसन वेला, जो कड़िया वो भजना है आखिरकारे, ये रेत दी है दीवार सुपने बद ज्यों संसारी, संसार वारी आई सब दी अंत वारंवार, कब्रिस्तान ही सब दा स्थान, कब्रिस्तान ही सब दा स्थान, जानियो इंसान कहे मेरा सतगुर रविदास जी, ये मेरा ईमान है सतगुर रविदास जी संगते, मेरी जिंद जान है सतगुर रविदास जी, मेरी आन सतगुर रविदास जी है, मेरी शान सतगुर रविदास जी। लो जी, ये सी मेरी कविता
ਉਮੀਦ ਹੈ ਤੁਹਾਨੂੰ ਪਸੰਦ ਆਊਗੀ। ਹੁਣ ਕੋਲਾਂ ਆ ਰਹੀਆਂ ਹਨ। ਹਾਂਜੀ ਜੀ ਆਇਆਂ ਨੂੰ, ਜੈ ਗੁਰਦੇਵ, ਜੈ ਭੀਮ ਜੀ। हेलो वीर जी, प्यारी प्यारी जय गुरदेव जी। हाँ जी आशा मल भैन जी, जी आनू जय गुरदेव। हाँ जी थैंक यू वीर जी। ਪਹਿਲਾਂ ਤਾਂ ਜਿੰਨੇ ਵੀ ਆਉਣ ਵਾਲੇ ਆ ਤੇ ਤੁਹਾਨੂੰ ਵੀ ਸਾਰਿਆਂ ਨੂੰ ਪਿਆਰੀ ਪਿਆਰੀ ਜੈ ਗੁਰਦੇਵ। ਹਾਂਜੀ ਧੰਨ ਗੁਰਦੇਵ ਜੀ। ਹਾਂਜੀ ਤੇ ਬਹੁਤ ਸੋਹਣੀ ਜਿਹੜਾ ਤੁਸੀਂ ਕਹਿੰਦੇ ਬਿਲਕੁਲ ਇਹ ਸਾਡੀ ਸ਼ਾਨ ਆ। ਵੈਰੀ ਗੁੱਡ, ਤੁਹਾਡੀ ਲਾਈਨ ਲੱਗ ਗਈ। ਹਾਂਜੀ ਤੇ ਅੱਜ ਮੈਂ ਲੈ ਕੇ ਆਈ ਆ ਕ੍ਰਿਸ਼ਨ ਢੋਰੇ, ਹਾਂ ਉਹਨਾਂ ਦੀ ਲਿਖੀ ਆ। ਹਾਂਜੀ ਤੇ ਉਹ ਕਹਿੰਦੇ ਆ, ਅਜੇ ਤਲਵਾਰ ਨੂੰ ਜੇ ਸਾਨ ਤੇ ਲਾਉਣਾ ਨਹੀਂ ਆਉਂਦਾ ਤਾਂ ਪਾ ਨੈਣਾ ਚ ਨਾ ਸੁਰਮਾ ਜੇ ਮਟਕਾਉਣਾ ਨਹੀਂ ਆਉਂਦਾ। ਕਹਿੰਦੇ ਵੀ ਤਾਂ ਪਾ ਨੈਣਾ ਵਿੱਚ ਨਾ ਸੁਰਮਾ ਜੇ ਮਟਕਾਉਣਾ ਨਹੀਂ ਆਉਂਦਾ। ਕਿਸੇ ਦੀ ਪੀੜ ਕੀ ਮਹਿਸੂਸ ਕਰਨੀ ਹੈ ਭਲਾ ਉਸਨੇ, ਕਿਸੇ ਦੀ ਪੀੜ ਦੇ ਵਿੱਚ ਦਿਲ ਜੇ ਤੜਫਾਉਣਾ ਨਹੀਂ ਆਉਂਦਾ। ਮੇਰੇ ਪੈਰਾਂ 'ਚ ਜਦ ਪੁੱਟਦੇ ਨੇ ਤਿੱਖੀ ਤੋੜ ਕਰਦੇ ਨੇ, ਇਹਨਾਂ ਕੰਡਿਆਂ ਨੂੰ ਤਾਂ ਫੁੱਲਾਂ ਵਾਂਗ ਮਰਝਾਉਣਾ ਹੀ ਨਹੀਂ ਆਉਂਦਾ। ਜੇ ਹਨੇਰਾ ਦੂਰ ਕਰਨਾ ਸੇਕ ਤਾਂ ਸਹਿਣਾ ਹੀ ਪੈਣਾ ਹੈ। ਲਹੂ ਬਾਲੇ ਬਿਨਾ ਤਾਂ ਪੰਧ ਰੁਸ਼ਨਾਣਾ ਹੀ ਨਹੀਂ ਆਉਂਦਾ। ਮੈਂ ਆਪਣੀ ਆਪ ਮਿੱਟੀ ਪੁੱਟਦਾ ਫਿਰਾਂ, ਕਹਾ ਉਸਨੇ ਕਿ ਪਰਦਾ ਆਪਣੇ ਐਬਾਂ ਤੇ ਪਾਉਣਾ ਹੀ ਨਹੀਂ ਆਉਂਦਾ। ਜੋ ਤੇਰੇ ਨਾਲ ਗੁਜ਼ਰੇ ਖੂਬਸੂਰਤ ਪਲ ਕਿਵੇਂ ਮੋੜਾ, ਸਮੇਂ ਨੂੰ ਪਛਾਣ ਪਰਤ ਕੇ ਆਉਣਾ ਹੀ ਨਹੀਂ ਆਉਂਦਾ। ਇਹ ਕੱਚਾ ਹੈ ਕਿ ਪੱਕਾ ਹੈ, ਮੈਂ ਇਸ ਨੂੰ ਪਰਖ ਕੇ ਦੇਖਾਂ। ਮੁਸੀਬਤਾਂ ਦੇ ਬਿਨਾਂ ਤਾਂ ਸਿਦਕ ਅਜਮਾਉਣਾ ਹੀ ਨਹੀਂ ਆਉਂਦਾ। ਪੁਰਾਣਾ ਨਿਕ ਸੁੱਕ ਪੱਤ ਝੜਨਾ ਹੁੰਝ ਕੇ ਸੁੱਟਣ, ਬਹਾਰਾਂ ਨੂੰ ਇਕੱਲਿਆ ਬਾਗ ਵਿੱਚ ਮਹਿਕਾਉਣਾ ਹੀ ਨਹੀਂ ਆਉਂਦਾ। ਵਾਹ ਵਾਹ। ਹਾਂਜੀ ਆਖਰੀ 2-3 ਲਾਈਨਾਂ ਹੈਗੀਆਂ। ਹਾਂਜੀ ਜਮਾਨੇ ਭਰ ਨੂੰ ਸਮਝਾਉਣੇ ਦਾ ਠੇਕਾ ਲੈ ਲਵਾਂ ਕੀਕਨ, ਕਿ ਮੈਨੂੰ ਆਪਣੇ ਦਿਲ ਨੂੰ ਸਮਝਾਉਣਾ ਹੀ ਨਹੀਂ ਆਉਂਦਾ। ਮੈਨੂੰ ਆਪਣੇ ਦਿਲ ਨੂੰ ਸਮਝਾਉਣਾ ਹੀ ਨਹੀਂ ਆਉਂਦਾ। ਸਮਝਾਉਣਾ ਹੀ ਨਹੀਂ ਆਉਂਦਾ। ਸਹੀ ਬਾਤ ਹੈ। ਹਾਂਜੀ ਸਮਝਾਉਣਾ ਹੀ ਪੈਣਾ ਦਿਲ ਨੂੰ ਜੀ, ਬਿਲਕੁਲ। ਤੇਰੀ ਤਸਵੀਰ ਨਾ ਅਖਬਾਰ ਦੇ ਵਿੱਚ ਕ੍ਰਿਸ਼ਨ ਕਿਧਰੇ ਵੀ, ਹਾਂਜੀ, ਕਿ ਆਪਣਾ ਜਿਗਰ ਵੀ ਤੈਨੂੰ ਤਾਂ ਕਰਵਾਉਣਾ ਹੀ ਨਹੀਂ ਆਉਂਦਾ। ਹਾਂਜੀ ਇਹ ਸੀਗੀ ਲਿਖੀ ਉਹਨਾਂ ਦੀ, ਕ੍ਰਿਸ਼ਨ ਢੋਏ ਉਹਨਾਂ ਦੀ। ਬਹੁਤ ਵਧੀਆ, ਬਹੁਤ ਸੋਹਣੀ ਲੱਗੀ ਮੈਨੂੰ। ਮੈਂ ਕਿਹਾ ਚਲੋ ਅੱਜ ਰੂਬਰੂ ਕਰਦੇ ਸਾਰਿਆਂ ਦੇ। ਥੈਂਕ ਯੂ ਤੁਹਾਡਾ, ਬਹੁਤ ਧੰਨਵਾਦ। ਹਾਂਜੀ ਕੋਈ ਗਲਤੀ ਹੋਈ ਤਾਂ ਮਾਫ ਕਰਿਓ। ਮੈਂ ਕਿਹਾ ਜੀ ਵਧੀਆ ਤੋਂ ਵਧੀਆ। ਹਾਂਜੀ ਤੇ ਸਾਰਿਆਂ ਨੂੰ ਆਉਣ ਵਾਲਿਆਂ ਨੂੰ ਜਿੰਨੇ ਵੀ ਸੁਣਦੇ ਆ, ਜਿਹਨੇ ਨਹੀਂ ਵੀ ਆਉਣਾ ਬੈਠ ਕੇ ਸੁਣਦੇ, ਉਹਨਾਂ ਨੂੰ ਵੀ ਪਿਆਰੀ ਪਿਆਰੀ ਜੈ ਗੁਰਦੇਵ। ਹਾਂਜੀ ਸਭ ਨੇ ਸੁਣ ਲਿਆ ਜੀ, ਤੁਹਾਡੀ ਜੈ ਗੁਰਦੇਵ, ਧੰਨ ਗੁਰਦੇਵ ਜੀ। ਇਹ ਸੀ ਸਾਡੀ ਆਸ਼ਾ ਮਲ ਜੀ। ਬਹੁਤ ਬਹੁਤ ਵਧੀਆ, ਬਹੁਤ ਵਧੀਆ। ਤੁਹਾਡੀਆਂ ਲਾਈਨਾਂ ਇੱਕ ਇੱਕ ਲਾਈਨ ਦੇ ਵਿੱਚ ਬਹੁਤ ਮੀਨਿੰਗ ਸੀ, ਹਰ ਇੱਕ ਲਫ਼ਜ਼ ਦੇ ਵਿੱਚ ਬਹੁਤ ਵੱਡੀ ਸਿੱਖਿਆ ਸੀ, ਗਿਆਨ ਸੀ। ਥੈਂਕ ਯੂ, ਬਹੁਤ ਸ਼ੁਕਰੀਆ। ਇਹ ਆਸ਼ਾ ਮਲ ਜੀ ਜਿਹੜਾ ਆਪਣਾ ਪ੍ਰੋਗਰਾਮ ਮੰਡੇ ਵਾਲੇ ਦਿਨ ਵੀ ਕਰਦੇ ਹੁੰਦੇ ਆ। ਹਾਂਜੀ ਕੋਲ ਆ ਰਹੀ ਹੈ। ਜੀ ਆਨੂ ਜੀ, ਜੈ ਗੁਰਦੇਵ। ਹੈਲੋ ਜੀ, ਜੈ ਗੁਰਦੇਵ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਬਿੰਦਰਾ ਸਾਹਿਬ, ਕੀ ਹਾਲ ਜੀ? ਬਹੁਤ ਬਹੁਤ ਬਾਣੀ ਦਾਤਾ ਜੀ, ਬਹੁਤ ਕਿਰਪਾ ਦਾਤਾ ਜੀ। ਹਾਂਜੀ ਅੱਜ ਤੁਹਾਨੂੰ ਗੀਤ ਸੁਣਾਉਣ ਦੀ ਕੋਸ਼ਿਸ਼ ਕਰ ਰਹਾ ਹਾਂ। ਮੈਂ ਕਿਹਾ ਜੀ ਗੀਤ ਸੁਣਾਓ। ਇਸ ਗੀਤ ਦਾ ਆਧਾਰ ਹੈਗਾ ਗੱਲਾਂ ਦੇ ਉੱਤੇ। ਵਾਹ ਵਾਹ। ਦੁਨੀਆ ਦੀ ਹਰ ਕੰਮ ਜਿਹੜਾ ਹੈ ਉਹਦੀ ਸ਼ੁਰੂਆਤ, ਬਿਗਨਿੰਗ ਜਿਹੜੀ ਹੈ ਉਹ ਗੱਲਾਂ ਤੋਂ ਹੁੰਦੀ ਹੈ। ਹਾਂਜੀ, ਭਾਵੇਂ ਉਹ ਤਕਰਾਰ ਹੋਵੇ, ਝਗੜਾ, ਭਾਵੇਂ ਵਪਾਰ ਹੋਵੇ, ਬਿਜ਼ਨਸ ਹੋਵੇ, ਤੇ ਜਾਂ ਫਿਰ ਪਿਆਰ ਹੋਵੇ। ਬਿਲਕੁਲ। ਤੇ ਇਹ ਗੀਤ ਪਿਆਰ ਦੇ ਉੱਤੇ ਲਿਖਿਆ ਹੈ। ਹਾਂਜੀ ਤੇ ਪਿਆਰ ਦੇ ਇਹ ਚਾਰ ਬੰਦ। ਪਹਿਲਾ ਬੰਦ ਹੈ ਜਿਹਦੇ ਪਹਿਲੀ ਮੁਲਾਕਾਤ ਦੇ ਵਿੱਚ ਕੀ ਸਿਚੁਏਸ਼ਨ ਹੁੰਦੀ ਹੈ ਪਿਆਰਿਆਂ ਦੀ। ਹਾਂ ਹਾਂ। ਫਿਰ ਨੰਬਰ 2 ਐਂਡ 3 ਜਿਸ ਹੈ ਪਰ ਪਿਆਰ ਫੁੱਲਤ ਹੁੰਦਾ ਤੇ ਅੱਗੇ ਵੱਧਦਾ, ਉਸੇ ਕੀ ਸਿਚੁਏਸ਼ਨ ਹੁੰਦੀ ਹੈ, ਉਸ ਨਾਲ ਮੌਸਮ ਵੀ ਥੋੜ੍ਹਾ ਜਿਹਾ ਨਾਲ ਆਪਣੇ ਰੰਗ ਦਿਖਾਉਂਦਾ। ਤੇ ਆਖਰੀ ਬੰਦਾ ਵਿਛੋੜੇ ਦਾ ਜਿਹੜਾ ਹਰ ਪਿਆਰ 'ਚ ਆਉਂਦਾ, ਭਾਵੇਂ ਲੰਬਾ ਹੋਵੇ ਜਾਂ ਛੋਟਾ ਹੋਵੇ। ਹਾਂਜੀ ਮੈਂ ਸ਼ੁਰੂ ਕਰਦਾ ਹਾਂ ਜੀ। ਤੇਰੇ ਨਾਲ ਜੋ ਕੀਤੀਆਂ ਸੀ ਦੋ ਗੱਲਾਂ, ਕੁਝ ਯਾਦ ਰਹੀਆਂ, ਕੁਝ ਭੁੱਲ ਗਈਆਂ। ਤੇਰੇ ਨਾਲ ਜੋ ਕੀਤੀਆਂ ਸੀ ਦੋ ਗੱਲਾਂ,
ਕੁਝ ਯਾਦ ਰਹੀਆਂ ਕੁਝ ਭੁੱਲ ਗਈਆਂ ਇਸ ਰੰਗ ਬਦਲੀ ਦੁਨੀਆ ਵਿੱਚ ਤੇਰੇ ਬਾਝੋਂ ਰੁੱਲ ਗਈਆਂ ਤੇਰੇ ਨਾਲ ਜੋ ਕੀਤੀਆਂ ਸੀ ਦੋ ਗੱਲਾਂ ਅਸੀਂ ਖੜੇ ਚੁੱਪ ਚੁਪੀਤੇ ਸੀ ਜਿਵੇਂ ਬੁੱਲ ਦੁਆਂ ਦੇ ਸੀਤੇ ਸੀ ਅਸੀਂ ਖੜੇ ਚੁੱਪ ਚੁਪੀਤੇ ਸੀ ਜਿਵੇਂ ਬੁੱਲ ਦੁਆਂ ਦੇ ਸੀਤੇ ਸੀ ਨਜ਼ਰਾਂ ਨਾਲ ਨਜ਼ਰਾਂ ਜਦ ਮਿਲੀਆਂ ਨਜ਼ਰਾਂ ਨਾਲ ਨਜ਼ਰਾਂ ਜਦ ਮਿਲੀਆਂ ਜੋ ਗੁੱਝੀਆਂ ਸੀ ਉਹ ਖੁੱਲ ਗਈਆਂ ਇਸ ਰੰਗ ਬਦਲਦੀ ਦੁਨੀਆ ਵਿੱਚ ਮੈਂ ਤੇਰੇ ਬਾਝੋਂ ਰੁੱਲ ਗਈਆਂ ਤੇਰੇ ਨਾਲ ਜੋ ਕੀਤੀਆਂ ਸੀ ਦੋ ਗੱਲਾਂ ਤੁਹਾਡੇ ਹਰ ਪਾਸੇ ਹਰਿਆਲੀ ਸੀ ਫੁੱਲਾਂ ਦੀ ਮਹਿਕ ਮਤਵਾਲੀ ਸੀ ਤੁਹਾਡੇ ਹਰ ਪਾਸੇ ਹਰਿਆਲੀ ਸੀ ਫੁੱਲਾਂ ਦੀ ਮਹਿਕ ਮਤਵਾਲੀ ਸੀ ਜੋ ਬਣਦੀ ਇਸ ਮਸਤੀ ਅੰਦਰ ਬਣਦੀ ਇਸ ਮਸਤੀ ਅੰਦਰ ਕੋਮਲ ਕਲੀਆਂ ਵੀ ਖਿਲ ਗਈਆਂ ਇਸ ਰੰਗ ਬਦਲਦੀ ਦੁਨੀਆ ਵਿੱਚ ਤੇਰੇ ਬਾਝੋਂ ਰੁੱਲ ਗਈਆਂ ਤੇਰੇ ਨਾਲ ਜੋ ਕੀਤੀਆਂ ਸੀ ਦੋ ਗੱਲਾਂ ਉੱਥੇ ਕਾਲੀ ਬਦਲੀ ਛਾਈ ਸੀ ਸਾਵਣ ਨੇ ਕਿਣਮਿਣ ਲਾਈ ਸੀ ਉੱਥੇ ਕਾਲੀ ਬਦਲੀ ਛਾਈ ਸੀ ਸਾਵਣ ਨੇ ਕਿਣਮਿਣ ਲਾਈ ਸੀ ਅਰਸ਼ਾਂ ਤੋਂ ਬੂੰਦਾਂ ਜਦ ਵਸੀਆਂ ਅਰਸ਼ਾਂ ਤੋਂ ਬੂੰਦਾਂ ਜਦ ਵਸੀਆਂ ਮੇਰੀਆਂ ਬਿਖਰੀਆਂ ਜ਼ੁਲਫਾਂ ਤੁਲ ਗਈਆਂ ਇਸ ਰੰਗ ਬਦਲਦੀ ਦੁਨੀਆ ਵਿੱਚ ਮੈਂ ਤੇਰੇ ਬਾਝੋਂ ਰੁੱਲ ਗਈਆਂ ਤੇਰੇ ਨਾਲ ਜੋ ਕੀਤੀਆਂ ਸੀ ਦੋ ਗੱਲਾਂ ਆਖਰੀ ਬੰਦੇ ਹੁਣ ਨਾਗ ਬਿਰੋਂ ਦਾ ਦੱਸਦਾ ਹੈ ਹਰ ਪਲ ਇੱਕ ਜੁਗ ਵਰਗਾ ਲੱਗਦਾ ਹੈ ਹੁਣ ਨਾਗ ਬਿਰੋਂ ਦਾ ਦੱਸਦਾ ਹੈ ਹਰ ਪਲ ਇੱਕ ਜੁਗ ਵਰਗਾ ਲੱਗਦਾ ਹੈ ਤਾਂਗਾਂ ਜੋ ਵਸਲ ਦੀਆਂ ਕੀਤੀਆਂ ਸੀ ਤਾਂਗਾਂ ਜੋ ਵਸਲ ਦੀਆਂ ਕੀਤੀਆਂ ਸੀ ਉਹ ਵਾਂਗ ਹਨੇਰੀ ਚੁੱਲ ਗਈਆਂ ਇਸ ਰੰਗ ਬਦਲਦੀ ਦੁਨੀਆ ਵਿੱਚ ਮੈਂ ਤੇਰੇ ਬਾਝੋਂ ਰੁੱਲ ਗਈਆਂ ਤੇਰੇ ਨਾਲ ਜੋ ਕੀਤੀਆਂ ਸੀ ਦੋ ਗੱਲਾਂ ਕੁਝ ਯਾਦ ਰਹੀਆਂ ਕੁਝ ਭੁੱਲ ਗਈਆਂ ਤੇਰੇ ਨਾਲ ਜੋ ਕੀਤੀਆਂ ਸੀ ਦੋ ਗੱਲਾਂ ਤੇਰੇ ਨਾਲ ਜੋ ਕੀਤੀਆਂ ਸੀ ਦੋ ਗੱਲਾਂ ਜਦੋਂ ਵਿਛੋੜਾ ਹੋ ਜਾਂਦਾ ਤਾਂ ਇਸੇ ਤਰ੍ਹਾਂ ਹੁੰਦੀ ਆ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਵਧੀਆ ਬਹੁਤ ਵਧੀਆ ਥੈਂਕ ਯੂ ਜੀ ਇਸ ਰੰਗ ਬਦਲਦੀ ਦੁਨੀਆ ਵਿੱਚ ਥੈਂਕ ਯੂ ਸਤਿ ਸ੍ਰੀ ਅਕਾਲ ਇਹ ਸੀ ਸਾਡੇ ਬਿੰਦਰਾ ਸਾਹਿਬ ਬਹੁਤ ਵਧੀਆ ਗਾ ਗਏ ਆ ਬਿਰਹਾ ਦੀ ਇੱਕ ਕਵਿਤਾ ਸੀ ਕਿ ਇਸ ਰੰਗ ਬਦਲਦੀ ਦੁਨੀਆ ਵਿੱਚ ਮੈਂ ਤੇਰੇ ਵਾਜੋਂ ਰੁਲ ਗਈ ਹਾਂ ਜਦੋਂ ਇਨਸਾਨ ਜੁਦੇ ਜੁਦਾ ਹੋ ਜਾਂਦੇ ਆ ਜਦੋਂ ਵਿਛੋੜਾ ਪੈ ਜਾਂਦਾ ਤਾਂ ਫਿਰ ਇਸ ਤਰ੍ਹਾਂ ਦੀ ਸ਼ਾਇਰ ਜਿਹੜਾ ਆ ਉਹ ਗੱਲ ਕਰਦਾ ਵਿਛੋੜੇ ਦੇ ਵਿੱਚ ਬਿਰਹੋ ਦੇ ਵਿੱਚ ਇਸ ਤਰ੍ਹਾਂ ਹੀ ਰੂਹ ਕਲਪਦੀ ਹੈ ਕਿ ਇਸ ਰੰਗ ਬਦਲਦੀ ਦੁਨੀਆ ਵਿੱਚ ਮੈਂ ਤੇਰੇ ਵਾਜੋਂ ਰੁਲ ਗਈ ਹਾਂ ਤੇਰੇ ਨਾਲ ਕੀਤੀਆਂ ਸੀ ਦੋ ਗੱਲਾਂ ਉਹ ਜਾਣੋ ਅੱਜ ਤਾਂ ਭੁੱਲ ਗਈਆਂ ਕਿਆ ਬਾਤ ਹੈ ਗੱਲਾਂ ਤੋਂ ਤਾਂ ਵੈਸੇ ਯਾਦ ਹੀ ਰਹਿੰਦੀਆਂ ਹਾਂਜੀ ਜੀ ਆਨੂ ਜੀ ਜੈ ਗੁਰਦੇਵ ਹੈਲੋ ਬੰਗਰ ਸਾਹਿਬ ਹਾਂਜੀ ਤੁਹਾਨੂੰ ਤੇ ਤੁਹਾਡੇ ਸਾਰੇ ਸਟਾਫ ਨੂੰ ਤੇ ਖਾਸ ਕਰਕੇ ਮੇਰੇ ਕੋਲ ਨਹੀਂ ਰਿਹਾ ਜਾਂਦਾ ਮੋਮੀ ਸਾਹਿਬ ਨੂੰ
ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਪੀਟਰਬਰਾ ਤੋਂ ਗੁਰਦੇਵ ਸਿੰਘ ਭੋਗਲ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਜੈ ਗੁਰਦੇਵ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੋਗਲ ਸਾਹਿਬ ਜੀ ਆਇਆਂ ਨੂੰ ਜੀ ਬਹੁਤ ਧੰਨਵਾਦ ਬੰਗੜ ਸਾਹਿਬ, ਬਹੁਤ ਧੰਨਵਾਦ। ਤੇ ਵਾਹਿਗੁਰੂ ਜਾਣੇ, ਮੈਂ ਪਿਛਲੀ ਵਾਰੀ ਵੀ ਕਿਹਾ ਸੀਗਾ ਵੀ ਜਿਹੜੀ ਨਜ਼ਮ ਤੁਸੀਂ ਪੜ੍ਹਦੇ ਪਤਾ ਨਹੀਂ ਮੈਂ ਕੱਢ ਕੇ ਜਿਹੜੀ ਰੱਖੀ ਹੁੰਦੀ ਆ, ਪਤਾ ਨਹੀਂ ਕਿਸੇ ਨੇ ਕਹਿਣਾ ਵੀ ਪਤਾ ਨਹੀਂ ਸਲਾਹ ਨਾਲ ਲੈ ਕੇ ਆਉਂਦੇ ਆ, ਕੁਝ ਜਿਹਨੇ ਬਹੁਤ ਕੁਝ ਰਲਦਾ ਮਿਲਦਾ ਹੁੰਦਾ ਤੁਹਾਡੀ ਨਜ਼ਮ ਵਿੱਚ ਤੇ ਮੇਰੀ ਨਜ਼ਮ ਵਿੱਚ। ਹਾਂ ਤੇ ਬੰਗੜ ਸਾਹਿਬ ਤੁਸੀਂ ਅੱਜ ਰੱਬ ਦੀਆਂ ਗੱਲਾਂ ਕੀਤੀਆਂ, ਮਹਾਂਪੁਰਸ਼ਾਂ ਦੀਆਂ ਗੱਲਾਂ ਕੀਤੀਆਂ ਨਜ਼ਮ ਦੇ ਵਿੱਚ। ਬਿਲਕੁਲ ਹਾਂਜੀ, ਤੇ ਪਰ ਲੋਕਾਂ ਸੁਣੀਆਂ ਜ਼ਰੂਰ ਹੋਣਗੀਆਂ, ਪਰ ਇੱਕ ਕੰਨੋਂ ਸੁਣ ਦੂਜੇ ਕੱਢੀਆਂ ਹੋਣਗੀਆਂ ਜ਼ਿਆਦਾ। ਦੇਖੋ ਜੀ, ਸਾਡਾ ਫਰਜ਼ ਹੈਗਾ, ਜਿੱਦਾਂ ਤੁਸੀਂ ਸ਼ਾਇਰ ਹੋ, ਤੁਹਾਡਾ ਫਰਜ਼ ਹੈ, ਤੁਸੀਂ ਜੋ ਆਪਣਾ ਫਰਜ਼ ਨਿਭਾ ਰਹੇ ਆ, ਬਿਲਕੁਲ ਉਹਦੀ ਆਪਣੀ ਵੈਲਿਊ ਆ। ਬਿਲਕੁਲ ਕਿਸੇ ਨੇ ਉਹਨੂੰ ਟੇਕ ਔਨ ਕਰਨਾ ਜਾਂ ਨਹੀਂ, ਇੱਕ ਬੰਦਾ ਵੀ ਕਰ ਗਿਆ ਸਮਝ ਲਓ ਤੁਹਾਡਾ ਜਿਹੜਾ ਸਮਾਂ ਜਾਈ ਨਹੀਂ ਗਿਆ। ਭੋਗਲ ਸਾਹਿਬ, ਇਹ ਮੈਂ ਜ਼ਰੂਰ ਕਹੂੰਗਾ। ਨਹੀਂ ਬਿਲਕੁਲ ਠੀਕ ਵਾ। ਮੈਂ ਤੇ ਉੱਥੇ ਹੀ ਆਉਣ ਲੱਗਾ ਸੀਗਾ ਬੰਗੜ ਸਾਹਿਬ, ਵੀ ਲੋਕਾਂ ਨੇ ਮਹਾਂਪੁਰਸ਼ਾਂ ਦੀਆਂ ਪਰਮਾਤਮਾ ਦੀਆਂ ਗੱਲਾਂ ਅੱਜ ਵੀ ਹੁੰਦੀਆਂ ਨੇ, ਸੁਣੀਆਂ ਜ਼ਰੂਰ, ਪਰ ਇੱਕ ਕੰਨੋਂ ਸੁਣ ਦੂਜੇ ਕੱਢੀਆਂ। ਉਹਦਾ ਭਾਵ ਫਿਰ ਅਮਲ ਨਹੀਂ ਇੰਨਾ ਹੋਇਆ। ਜੇ ਹੋਇਆ ਹੁੰਦਾ ਤੇ ਸਭ ਤੋਂ ਵੱਡਾ ਸਬੂਤ ਇਹ ਆ ਬੰਗੜ ਸਾਹਿਬ, ਤੁਹਾਨੂੰ ਵੀ ਮੰਨਣਾ ਪੈਣਾ, ਤੇ ਸਭ ਤੋਂ ਵੱਡਾ ਸਬੂਤ ਇਹ ਆ ਕਿ ਜੇਕਰ ਅਮਲ ਹੋਇਆ ਹੁੰਦਾ ਤਾਂ ਮੁਲਕ ਦਾ ਅੱਜ ਹਾਲ ਨਹੀਂ ਹੋਣਾ ਸੀ। ਬਿਲਕੁਲ ਸੱਚ। ਮੈਂ ਕਪਤਾਨ, ਤੁਸੀਂ ਦੇਖੋ 75 ਸਾਲਾਂ ਵਿੱਚ ਅਜੇ ਜਾਤ ਪਾਤ ਹੀ ਨਹੀਂ ਖਤਮ ਹੋਈ। ਮੈਂ ਸੁਣਾਉਂਗਾ ਕਪਤਾ, ਮੈਂ ਕੱਲੇ ਕਪਤਾ ਲਿਖੀ, ਮੈਂ ਸੁਣਾਉਂਗਾ। ਦੇਖੋ ਮਹਾਂਪੁਰਸ਼ਾਂ ਦੀਆਂ ਗੱਲਾਂ ਸੁਣਦੇ ਆ, ਪਰਮਾਤਮਾ ਦੀਆਂ ਕਰਦੇ ਆ, ਭਗਵਾਨ ਦੀਆਂ, ਰੱਬ ਦੀਆਂ ਹੁੰਦੀਆਂ, ਆ ਮੇਰਾ ਮਤਲਬ ਆ। ਬਿਲਕੁਲ ਠੀਕ ਵਾ। ਅੱਜ ਵੀ ਜਦੋਂ ਬੰਗੜ ਸਾਹਿਬ ਜਦੋਂ ਆਲੇ ਦੁਆਲੇ ਦੇਖਦੇ ਆ, ਸੁਣਦੇ ਆ, ਪੜ੍ਹਦੇ ਆ, ਤਾਂ ਮੈਂ ਮੱਲੋਂ ਵਾਲੀ, ਜਿੱਦਾਂ ਤੁਸੀਂ ਸ਼ਾਇਰ ਹੋ, ਕਵੀ ਹੋ, ਚਲੋ ਦਾਸ ਹੈ ਛੋਟਾ ਮੋਟਾ, ਤੇ ਸਾਡੇ ਅੰਦਰੋਂ ਇੱਕਦਮ ਆਵਾਜ਼ ਉੱਠਦੀ ਭਈ ਯਾਰ ਹੁਣ ਕੀ ਕਰੀਏ ਤਾਂ ਕੀ ਕਰੀਏ। ਉਹਨਾਂ ਨੂੰ ਸੋਚ ਬਦਲਣੀ ਪੈਣੀ ਹੈ। ਉਹਦਾ ਜਿਹੜਾ ਸਿਰਲੇਖ ਉਹ ਵੀ ਇਹੋ ਰੱਖਿਆ ਵੀ ਤਾਂ ਕੀ ਕਰੀਏ। ਵੈਰੀ ਗੁੱਡ। ਨਾਲੇ ਨਾਲ ਤੁਰਿਓ ਵੀ ਤਾਂ ਕੀ ਕਰੀਏ, ਮੈਂ ਕਿੱਥੇ ਕਿਹਾ ਤੇ ਕਿਉਂ ਕਿਹਾ। ਬਾਬਾ ਲਿਖਿਆ ਬੰਗੜ ਸਾਹਿਬ, ਲਿਖਿਆ ਵੀ ਰੱਬ ਇੱਕ ਹੈ ਸਾਰੇ ਨੇ ਕਹੀ ਜਾਂਦੇ। ਰੱਬ ਇੱਕ ਹੈ ਸਾਰੇ ਨੇ ਕਹੀ ਜਾਂਦੇ, ਪਰ ਉਹਦੀ ਇੱਕ ਵੀ ਨਾ ਮੰਨਣ ਤਾਂ ਕੀ ਕਰੀਏ। ਆਪ ਸਤਿਆਨਾਸ਼ ਕਰ ਉਹਦੀ ਸਿਰਜਣਾ ਦਾ, ਭਾਂਡਾ ਉਹਦੇ ਹੀ ਸਿਰ ਭੰਨਣ ਤਾਂ ਕੀ ਕਰੀਏ। ਰੱਬ ਇੱਕ ਹੈ ਸਾਰੇ ਨੇ ਕਹੀ ਜਾਂਦੇ, ਪਰ ਉਹਦੀ ਇੱਕ ਵੀ ਨਾ ਮੰਨਣ ਤਾਂ ਕੀ ਕਰੀਏ। ਓਏ ਆਪ ਸਤਿਆਨਾਸ਼ ਕਰ ਉਹਦੀ ਸਿਰਜਣਾ ਦਾ, ਭਾਂਡਾ ਉਹਦੇ ਹੀ ਸਿਰ ਭੰਨਣ ਤਾਂ ਕੀ ਕਰੀਏ। ਬੰਗੜ ਸਾਹਿਬ ਤਾਂ ਕੀ ਕਰੀਏ। ਕਿਆ ਬਾਤ ਹੈ, ਕਿਆ ਬਈ ਧਰਤੀ ਧਰਮ ਕਮਾਉਣ ਲਈ ਸਾਜੀ ਸੀ ਧਰਮਸ਼ਾਲਾ। ਧਰਤੀ ਧਰਮ ਕਮਾਉਣ ਲਈ ਸਾਜੀ ਸੀ ਧਰਮਸ਼ਾਲਾ, ਨਾਲ ਧਮਾਕਿਆਂ ਧਜੀਆਂ ਨਿਤ ਉੱਡਣ ਤਾਂ ਕੀ ਕਰੀਏ। ਧਰਮ ਪ੍ਰਚਾਰ ਦੀ ਨਹੀਂ ਜੇ ਘਾਟ ਕੋਈ, ਆਏ ਦਿਨ ਖੂਨੀ ਫੁਹਾਰੇ ਫੁੱਟਣ ਤਾਂ ਕੀ ਕਰੀਏ। ਨਾਲ ਦੀ ਨਾਲ ਚੱਲਿਓ ਮੇਰੇ ਵੀਰ। ਧਰਤੀ ਧਰਮ ਕਮਾਉਣ ਲਈ ਸਾਜੀ ਸੀ ਧਰਮਸ਼ਾਲਾ, ਨਾਲ ਧਮਾਕਿਆਂ ਧਜੀਆਂ ਨਿਤ ਉੱਡਣ ਤਾਂ ਕੀ ਕਰੀਏ। ਧਰਮ ਪ੍ਰਚਾਰ ਦੀ ਨਹੀਂ ਜੇ ਘਾਟ ਕੋਈ, ਆਏ ਦਿਨ ਖੂਨੀ ਫੁਹਾਰੇ ਫੁੱਟਣ ਤਾਂ ਕੀ ਕਰੀਏ। ਬੰਗੜ ਸਾਹਿਬ ਤਾਂ ਕੀ ਕਰੀਏ। ਬਈ 84 ਲੱਖ ਜੂਨਾਂ ਦੇ ਸਰਦਾਰ ਦਾ ਪਾਰ ਰੁਤਬਾ। 84 ਲੱਖ ਜੂਨਾਂ ਦੇ ਸਰਦਾਰ ਦਾ ਪਾਰ ਰੁਤਬਾ, ਸ਼ਰੇਆਮ ਬਣ ਬੈਠੇ ਸ਼ੈਤਾਨ ਤਾਂ ਕੀ ਕਰੀਏ। ਸ਼ਰਮ ਹਿਆ ਇਖਲਾਕ ਸਭ ਟੰਗ ਛਿੱਕੇ, ਆਪ ਬਣ ਬੈਠੇ ਭਗਵਾਨ ਤਾਂ ਕੀ ਕਰੀਏ। ਓਹੋ ਤਾਂ ਕੀ ਕਰੀਏ। ਸਹੀ ਬਾਤ ਹੈ। 84 ਲੱਖ ਜੂਨਾਂ ਦੇ ਸਰਦਾਰ ਦਾ ਪਾਰ ਰੁਤਬਾ, ਸ਼ਰੇਆਮ ਬਣ ਬੈਠੇ ਸ਼ੈਤਾਨ ਤਾਂ ਕੀ ਕਰੀਏ। ਓਏ ਸ਼ਰਮ ਹਿਆ ਇਖਲਾਕ ਸਭ ਟੰਗ ਛਿੱਕੇ, ਆਪ ਬਣ ਬੈਠੇ ਭਗਵਾਨ ਤਾਂ ਕੀ ਕਰੀਏ। ਯਾਰੋ ਆਪ ਬਣ ਬੈਠੇ ਭਗਵਾਨ ਤਾਂ ਕੀ ਕਰੀਏ। ਓਹੋ ਹਰ ਇੱਕ ਸ਼ੈ ਦਾ ਤਾਰਨਾ ਮੁੱਲ ਪੈਂਦਾ ਹੈ। ਹਰ ਇੱਕ ਸ਼ੈ ਦਾ ਤਾਰਨਾ ਮੁੱਲ ਪੈਂਦਾ ਹੈ, ਬਿਨਾਂ ਤਾਰਿਆਂ ਕਰਨ ਅਹਿਸਾਨ ਤਾਂ ਕੀ ਕਰੀਏ। ਓਏ ਸ਼ਰੀਫ ਲੋਕਾਂ ਦਾ ਘੋਰ ਅਪਮਾਨ ਕਰਕੇ, ਲੋਚਣ ਆਪਣਾ ਸਨਮਾਨ ਤਾਂ ਕੀ ਕਰੀਏ।
ਇਹ ਹੋ ਰਿਹਾ ਨਾ ਜੀ, ਹੋ ਰਿਹਾ ਹਰ ਇੱਕ ਸ਼ੈ ਦਾ ਤਾਰਨਾ ਮੁੱਲ ਪੈਂਦਾ, ਬਿਨਾਂ ਤਾਰਿਆਂ ਹੀ ਕਰਨ ਅਹਿਸਾਨ ਤਾਂ ਕੀ ਕਰੀਏ। ਓਏ ਸ਼ਰੀਫ ਲੋਕਾਂ ਦਾ ਘੋਰ ਅਪਮਾਨ ਕਰਕੇ ਲੋਚਣ ਆਪਣਾ ਸਨਮਾਨ ਤਾਂ ਕੀ ਕਰੀਏ ਯਾਰੋ, ਲੋਚਣ ਆਪਣਾ ਸਨਮਾਨ ਤਾਂ ਕੀ ਕਰੀਏ। ਜਿਨ੍ਹਾਂ ਲਈ ਦਿਨ ਰਾਤ ਸੀ ਇੱਕ ਕੀਤਾ, ਅੱਜ ਦੀ ਪੀੜ੍ਹੀ ਤੇ ਵੀ ਆ ਜਾਈਏ, ਜਿਨ੍ਹਾਂ ਲਈ ਦਿਨ ਰਾਤ ਸੀ ਇੱਕ ਕੀਤਾ, ਉਹ ਵੀ ਇੱਕ ਨਾ ਮੰਨਣ ਤਾਂ ਕੀ ਕਰੀਏ। ਸੋਚਿਆ ਸੀ ਸੁਰਗਾਂ 'ਚ ਅਸਾਂ ਲਾਏ ਡੇਰੇ, ਸਮੇਂ ਨਾਲ ਸੋਚਾਂ ਨਾ ਚੱਲਣ ਤਾਂ ਕੀ ਕਰੀਏ। ਜਿਨ੍ਹਾਂ ਲਈ ਦਿਨ ਰਾਤ ਸੀ ਇੱਕ ਕੀਤਾ, ਉਹ ਵੀ ਇੱਕ ਨਾ ਮੰਨਣ ਤਾਂ ਕੀ ਕਰੀਏ। ਓਏ ਸੋਚਿਆ ਸੀ ਸੁਰਗਾਂ 'ਚ ਅਸਾਂ ਲਾਏ ਡੇਰੇ, ਸਮੇਂ ਨਾਲ ਸੋਚਾਂ ਨਾ ਚੱਲਣ ਤਾਂ ਕੀ ਕਰੀਏ। ਬਈ ਅਜੋਕੇ ਆਜ਼ਾਦਾਨਾ ਯੁੱਗ ਅੰਦਰ ਵੀ, ਅਜੋਕੇ ਆਜ਼ਾਦਾਨਾ ਯੁੱਗ ਅੰਦਰ ਵੀ ਲੋਕੀ ਵਿਤਕਰੇ ਦਾ ਸੰਤਾਪ ਝੱਲਣ ਤਾਂ ਕੀ ਕਰੀਏ। ਓਏ ਗੁਰੂ ਅੱਗੇ ਮੱਥਾ ਤਾਂ ਟੇਕਦੇ ਨੇ, ਪਰ ਗੁਰੂ ਦੀ ਨਾ ਮੰਨਣ ਤਾਂ ਕੀ ਕਰੀਏ। ਬੰਗੜ ਸਾਹਿਬ ਤੁਹਾਡੇ ਬਿਲਕੁਲ ਤੁਸੀਂ ਵੀ ਜ਼ਿਕਰ ਕੀਤਾ ਸੀ, ਬਿਲਕੁਲ ਅਜੋਕੇ ਆਜ਼ਾਦਾਨਾ ਯੁੱਗ ਅੰਦਰ ਵੀ ਲੋਕੀ ਵਿਤਕਰੇ ਦਾ ਸੰਤਾਪ ਝੱਲਣ ਤਾਂ ਕੀ ਕਰੀਏ। ਓਏ ਗੁਰੂ ਅੱਗੇ ਮੱਥਾ ਤਾਂ ਟੇਕਦੇ ਨੇ, ਪਰ ਗੁਰੂ ਦੀ ਨਾ ਮੰਨਣ ਤਾਂ ਕੀ ਕਰੀਏ। ਬੰਗੜ ਸਾਹਿਬ ਗੁਰੂ ਦੀ ਨਾ ਮੰਨਣ ਤਾਂ ਕੀ ਕਰੀਏ। ਆਖਰੀ ਅੰਤਰਾ ਬੋਲ ਕੇ ਤੁਹਾਤੋਂ ਖਿਮਾ ਵੀਰ, ਬਈ ਨਿਰਾਸ਼ਾ ਵਿੱਚੋਂ ਹੀ ਕਦੇ ਆਸਾ ਉਮੜ ਪੈਂਦੀ। ਆਪਾਂ ਬਿਲਕੁਲ ਜਿਹੜੀ ਨਿਰਾਸ਼ ਨਾ ਹੋਈਏ, ਕਿਉਂਕਿ ਦੋ ਚੀਜ਼ਾਂ ਨੇ, ਨਿਰਾਸ਼ਾ ਤੇ ਆਸਾ ਦੋਨੋਂ ਨੇ। ਨਿਰਾਸ਼ਾ ਵਿੱਚੋਂ ਵੀ ਕਦੇ ਆਸਾ ਉਮੜ ਪੈਂਦੀ, ਡਾਢੇ ਉਸ ਤੇ ਵੀ ਪਾਣੀ ਫੇਰ ਛੱਡਣ ਤਾਂ ਕੀ ਕਰੀਏ। ਓਏ ਮੂੰਹੋਂ ਮਿੱਠੇ ਬੋਲਾਂ ਦਾ ਭੋਗਲ ਕਰਨ ਵਰਖਾ, ਮੂੰਹੋਂ ਮਿੱਠੇ ਬੋਲਾਂ ਦੀ ਭੋਗਲ ਕਰਨ ਵਰਖਾ, ਪਰ ਅਮਲੀ ਤੌਰ ਤੇ ਜ਼ਹਿਰ ਵੰਡਣ ਤਾਂ ਕੀ ਕਰੀਏ। ਅਮਲੀ ਤੌਰ ਤੇ ਜ਼ਹਿਰ ਵੰਡਣ ਤਾਂ ਕੀ ਕਰੀਏ। ਨਿਰਾਸ਼ਾ ਵਿੱਚੋਂ ਵੀ ਕਦੇ ਆਸਾ ਉਮੜ ਪੈਂਦੀ, ਡਾਢੇ ਉਸ ਤੇ ਵੀ ਪਾਣੀ ਫੇਰ ਛੱਡਣ ਤਾਂ ਕੀ ਕਰੀਏ। ਓਏ ਮੂੰਹੋਂ ਮਿੱਠੇ ਬੋਲਾਂ ਦੀ ਭੋਗਲ ਕਰਨ ਵਰਖਾ, ਪਰ ਅਮਲੀ ਤੌਰ ਤੇ ਜ਼ਹਿਰ ਵੰਡਣ ਤਾਂ ਕੀ ਕਰੀਏ। ਯਾਰੋ ਅਮਲੀ ਤੌਰ ਤੇ ਜ਼ਹਿਰ ਵੰਡਣ ਤਾਂ ਕੀ ਕਰੀਏ। ਬੰਗੜ ਸਾਹਿਬ ਤੁਸੀਂ ਸ਼ਾਇਰ, ਤੁਸੀਂ ਵੀ ਦੱਸੋ ਮੈਨੂੰ, ਅਮਲੀ ਤੌਰ ਤੇ ਜ਼ਹਿਰ ਵੰਡਣ ਤਾਂ ਕੀ ਕਰੀਏ। ਸਮਝਾਉਣਾ ਹੀ ਪੈਣਾ ਆਪਾਂ ਨੂੰ ਤਾਂ ਕੀ ਕਰੀਏ। ਬਿਲਕੁਲ, ਬਸ ਤੁਸੀਂ ਸਮਝਾਤਾ ਆ, ਕੁਛ ਨਾ ਕੁਛ ਸਮਝਣਗੇ। ਜੀ ਬਿਲਕੁਲ, ਅੰਦਾਜ਼ ਦੇਖੋ ਆਪੋ ਆਪਣਾ ਅੰਦਾਜ਼ ਤੁਹਾਡਾ ਸਾਰੇ ਬਿਲਕੁਲ ਸਹੀ ਗੱਲ ਮੈਂ ਮੰਨਦਾ। ਅਸੀਂ ਜੋ ਤੁਸੀਂ ਪਹਿਲਾਂ ਕਿਹਾ ਬਿਲਕੁਲ ਠੀਕ ਹੈ, ਅਸੀਂ ਜੋ ਕਰਨਾ ਉਹ ਕਰ ਰਹੇ ਹਾਂ। ਤੁਸੀਂ ਕਰ ਰਹੇ, ਮੈਂ ਕਰ ਰਿਹਾ, ਹੋਰ ਕਾਲਰ ਸਾਰੇ ਕਰ ਰਹੇ, ਜੋ ਕਰਨਾ, ਜੋ ਅਸੀਂ ਕਰ ਸਕਦੇ ਅਸੀਂ ਕਰ ਰਹੇ ਹਾਂ। ਬਸ ਕਰੀ ਜਾਣਾ। ਹਾਂ ਬਿਲਕੁਲ ਕਰੀ ਜਾਣਾ। ਕੋਈ ਨਿਰਾਸ਼ਾ ਵਿੱਚੋਂ ਵੀ ਆਸਾ ਉਮੜ ਪੈਂਦੀ, ਬਿਲਕੁਲ ਉਮੜੂਗੀ, ਬਿਲਕੁਲ ਉਮੜੂਗੀ। ਥੈਂਕ ਯੂ, ਬਹੁਤ ਧੰਨਵਾਦ ਬੰਗੜ ਸਾਹਿਬ। ਥੈਂਕ ਯੂ ਭੋਗਲ ਸਾਹਿਬ। ਭੁੱਲਾਂ ਚੁੱਕਾਂ ਦੀ ਖਿਮਾ, ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੀ ਬਾਤ ਹੈ। ਇਹ ਸੀ ਸਾਡੇ ਗੁਰਦੇਵ ਸਿੰਘ ਭੋਗਲ ਜੀ। ਵੀ ਇਹ ਦੁਨੀਆ ਜਿਹੜੀ ਆ, ਇਹ ਦੁਨੀਆ ਬਹੁਤ ਰੰਗੀ ਹੈ, ਇਹਦਾ ਅੰਤ ਕਿਸੇ ਵੀ ਪਾਇਆ ਨਾ। ਮਹਾਪੰਡਤ ਖਵਾਉਣ ਵਾਲਿਆਂ ਵੀ ਥੋ ਥੱਥਾ ਤੱਕ ਕੋਈ ਜਗਦਾ ਲਾਇਆ ਨਾ। ਐਵੇਂ ਦੀਆਂ ਗੱਲਾਂ ਕਿਸੇ ਨੂੰ ਵੀ, ਸਿਰਫ ਇਹ ਦੁਨੀਆ ਜਿਹੜੀ ਆ ਬਹੁਤ ਬਹੁਤ ਰੰਗੀ ਆ। ਅਸੀਂ ਕੋਸ਼ਿਸ਼ ਕਰਨੀ ਆ ਹਰ ਇੱਕ ਰੰਗ ਉਹਦੇ ਵਿੱਚ ਲਿਆਉਣ ਦੀ। ਹਾਂਜੀ ਜੀ ਆਨੂ ਜੀ, ਜੈ ਗੁਰਦੇਵ। ਹੈਲੋ ਜੀ ਬੰਗੜ ਸਾਹਿਬ, ਜੈ ਗੁਰਦੇਵ, ਧੰਨ ਗੁਰਦੇਵ। ਸ਼ਾਇਰ ਸਾਹਿਬ ਆ ਗਏ ਸਾਡੇ, ਜਲਫ ਸਾਹਿਬ, ਜੀ ਆਨੂ। ਬਹੁਤ 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 ਸ਼ੁਕਰੀਆ ਜੀ ਤੁਹਾਡਾ। ਹਾਂਜੀ ਵੈਸੇ ਬਹੁਤ ਸੋਹਣਾ ਪ੍ਰੋਗਰਾਮ ਤੁਹਾਡਾ, ਆਪਣੇ ਭੋਗਲ ਸਾਹਿਬ ਨੂੰ ਸੁਣਿਆ। ਬਿਲਕੁਲ, ਕਹਿੰਦੇ ਕੀ ਕਰੀਏ, ਬਿਲਕੁਲ ਆਪਾਂ ਕਰੀ ਤੇ ਜਾਂਦੇ, ਹੁਣ ਕਰੀ ਜਾ ਰਹੇ ਆ। ਥੈਂਕ ਯੂ। ਇਹੀ ਕਰ ਸਕਦੇ ਆਪਾਂ, ਹੋਰ ਤਾਂ ਕੁਝ ਕਰ ਨਹੀਂ ਸਕਦੇ। ਸਭ ਕੁਝ ਤੁਹਾਡੇ ਪੱਲੇ ਆ। ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ ਕੀ ਲੈ ਕੇ ਆਏ ਫਿਰ? ਮੈਂ ਆਪਣੇ ਵਿਸ਼ਾ ਸੀ ਆਪਣੇ ਪਰਾਏ। ਆਪਣੇ ਤੇ ਪਰਾਏ, ਵਾਹ ਵਾਹ। ਹਾਂਜੀ, ਆਪਣੇ ਪਰਾਏ ਤੇ ਗੀਤ ਲਿਖਿਆ ਸੀ। ਹਾਂਜੀ, ਮੈਂ ਉਹ ਗੀਤ ਆਪਣੇ ਕਾਂਛੀ ਟੀਵੀ ਦੇ ਸਰੋਤਿਆਂ ਨਾਲ ਸਾਂਝਾ ਕਰਦਾ। ਬਿਲਕੁਲ ਜੀ, ਤਾਂ ਸ਼ੁਰੂ ਕਰਦਾ ਜੀ। ਕਰੋ ਜੀ। ਚੰਗਾ ਨਹੀਂ ਉਹ ਸੱਜਣਾ ਪਰਾਇਆ ਵਾਂਗੂ ਮੇਲੇ, ਆਪਣੀ ਬਣਾ ਲੈ ਜੱਗ ਕਹੇ ਨਾ ਰਖੇਲੇ। ਚੰਗਾ ਨਹੀਂ ਉਹ ਸੱਜਣਾ ਮਿਲੀਏ ਨਾ ਜਿਹਨੂੰ
ਉਹੀ ਜਾਪਦਾ ਪਰਾਇਆ ਏ। ਤੇਰੇ ਮੇਰੇ ਮੇਲ ਸਾਨੂੰ ਆਪਣੇ ਬਣਾਇਆ ਏ। ਤੇਰੇ ਮੇਰੇ ਮੇਲ ਸਾਨੂੰ ਆਪਣੇ ਬਣਾਇਆ ਏ। ਫਰਜ਼ ਨਿਭਾਉਣੇ ਹੀ ਤਾਂ ਜ਼ਿੰਦਗੀ ਦਾ ਖੇਲ ਏ। ਆਪਣੀ ਬਣਾ ਲੈ ਜੱਗ ਕਹੇ ਨਾ ਰਖੇਲੇ। ਚੰਗਾ ਨਹੀਂ ਉਹ ਸੱਜਣਾ। तो लाइना में जी। हाँ जी। ए जग परवान करू गल्ला नहीं बनाऊगा। उपराए रिश्ता भी अपना कहाऊगा। ए जग परवान करू गल्ला नहीं बनाऊगा। बेनाम रिश्ते नू नाम मिल जाऊगा। दोवें पास जिंदगी च होवांगे नी फेले। अपनी बना ले जग कहे ना रखेले। चंगा नहीं ओ सजना पराया वांगू मेले। अपनी बना ले जग कहे ना रखेले। तो आखिरी लाइना जी। हाँ जी। जे उपरिया वांग मिले अपने नहीं होवांगे। एक दिन सजना वे कल्ले कल्ले रोवांगे। जे उपरिया वांग मिले अपने नहीं होवांगे। एक दिन सजना वे कल्ले कल्ले रोवांगे। आखिर तां मुक जाना दीवियां चों तेले। वाकई ज़ालिफावे मुक जाना दीवियां चों तेले। अपनी बना लै जग कहे ना रखेले। चंगा नहीं ओ सजना पराया वांगू मेले। अपनी बना लै जग कहे ना रखेले। क्या बात है। अज लाइना अपने पराए ते बिल्कुल जी बिल्कुल अपना बनाना चाहिए। बिल्कुल जी बिल्कुल प्यार दे नाल। हाँ जी, और सत्कार भी होना चाहिए। बिल्कुल बिल्कुल। थैंक यू दुनिया जिती आ सकदी जी। बहुत अच्छा बहुत बहुत शुक्रिया जी। थैंक यू। सत श्री अकाल जी। ये सी साडे जालप साहब बहुत वधिया लिखारी अपने और गीत भी बहुत वधिया लिखते हैं और अजकल तो ये गाउन भी लग पे आ। क्या बात है क्योंकि मैं भी मैनू भी जो किते किते कोई मजबूर चलो चलो मैं फिर दसूँगा जी। आनू जी जय गुरुदेव। जय गुरुदेव जी। बंगली जोगिंदर महेश जोगी बोलदा जी। हाँ जी जोगिंदर महेश जोगी जी। जी आनू। हाँ जी सब ये मैं जो लाइना है जी मां की सिफतला दी जो लाइना जी। हाँ जी। मां दी गोदी भी सुख नहीं जा रहे रब दे चरनी मिलदी थां। मां मेरी जन जान है लोको मां मेरी जन जान। मैनू मां ने लाड़ लाया देवे खाण नू दुध मलाइयां। गिल्ली थां ते पैण ना देवे रखे ध्यान ते साफ सफाइयां। पुत्रां धीआं दियां सुखा मनाउंदी करदी रहिंदी है प्रधान। मां मेरी जन जान है लोको मां मेरी जन जान। मां दा कर्ज मैं किवें उतारां जेड़ी जान साडे लई वारे। मां दा दिल दरिया है हुंदा उहदे रब तो वध सहारे। मां दे वर्गा होर कोई ना मां दे वर्गा होर कोई ना कोई होना बिच जहान। मां मेरी जन जान है लोको मां मेरी जन जान। दुख सुख वेले मां बंदियां नूं ला के रखदी सीने। दुख सुख वेले मां बच्चियां नूं ला के रखदी सीने। बच्चियां नूं चावां नाल पालन भावें डुੱਲਣ खून पसीने। बच्चियां दे दिल मां बाप दा रहिंदा। बच्चियां दे नाल मां बाप दा रहिंदा जग विच नाम निशान। मां मेरी ये जान है लोको मां मेरी जन जान। महे जोगी नूं मां दी याद है आउंदी
ਜੋਗੀ ਨੂੰ ਮਾਂ ਦੀ ਯਾਦ ਹੈ ਆਉਂਦੇ ਮੇਲੇ ਨਾਲ ਖੁਸ਼ੀ ਦੇ ਕੀਤੇ ਮਾਂ ਦੇ ਕੋਲ ਰਹਿ ਕੇ ਸਾਡੇ ਦਿਨ ਖੁਸ਼ੀਆਂ ਦੇ ਨਾਲ ਬੀਤੇ ਮਾਂ ਦਾ ਦਿਲ ਮਨ ਮੰਦਰ ਹੁੰਦਾ ਮਾਂ ਦਾ ਦਿਲ ਮਨ ਮੰਦਰ ਹੁੰਦਾ ਮਾਂ ਨੂੰ ਪੂਜੇ ਹਰ ਇਨਸਾਨ ਮਾਂ ਮੇਰੀ ਜਨ ਜਾਨ ਹੈ ਲੋਕੋ ਮਾਂ ਮੇਰੀ ਜਨ ਜਾਨ ਮਾਂ ਦੀ ਗੋਦੀ ਸੁੱਖ ਨਜ਼ਾਰੇ ਰੱਬ ਦੇ ਚਰਨੀ ਮਿਲਦੀ ਥਾਂ ਮਾਂ ਮੇਰੀ ਜਨ ਜਾਨ ਹੈ ਲੋਕੋ ਮਾਂ ਮੇਰੀ ਜਨ ਜਾਨ ਧੰਨ ਗੁਰਦੇਵ ਜੀ ਮੇਰੀ ਮਿਹਰਬਾਨੀ ਜੀ ਥੈਂਕ ਯੂ ਜੈ ਗੁਰਦੇਵ ਧੰਨ ਗੁਰਦੇਵ ਜੀ। ਇਹ ਸੀ ਸਾਡੇ ਜੋਗਿੰਦਰ ਮਹੇਸ਼ ਜੋਗੀ ਜੋ ਬਹੁਤ ਸੋਹਣੀਆਂ ਉਹਨਾਂ ਦੇ ਕਈ ਗੀਤ ਜਿਹੜੇ ਆ ਤੁਹਾਨੂੰ ਪਤਾ ਇਸ ਵੇਲੇ ਲੋਕਾਂ ਨੇ ਗਾਏ ਆ ਬਹੁਤ ਸੋਹਣਾ ਲਿਖਦੇ ਆ ਤੇ ਵੀ ਨਹੀਂ ਕਹਿੰਦੇ ਆ ਕਿ ਮਾਂ ਮੇਰੀ ਹੈ ਜਿੰਦ ਜਾਨ ਵੇ ਲੋਕੋ ਮਾਂ ਮੇਰੀ ਜਿੰਦ ਜਾਨ ਮਾਂ ਵਰਗਾ ਹੋਰ ਨਾ ਹੋਣਾ ਕੋਈ ਬੇਜਹਾਨ। ਹਾਂਜੀ ਜੀ ਆਨੂ ਜੀ ਜੈ ਗੁਰਦੇਵ। ਹੈਲੋ ਜੀ ਮੈਂ ਮੁਹੰਮਦ ਬੋਲ ਰਿਹਾ ਨਾ ਜੀ ਡਾਕਟਰ ਮੁਹੰਮਦ ਆਜ਼ਾਦ ਜੀ ਆਨੂ। ਓਕੇ ਥੈਂਕ ਯੂ ਵੈਰੀ ਮਚ। ਇੱਕ ਸਾਗਰ ਸਦੀਕੀ ਦੀ ਗਜ਼ਲ ਹੈ ਮਜ਼ਹਬੀ ਨਹੀਂ ਹੈਗੀ ਵੈਸੇ ਮੈਂ ਇੱਕ ਮਤਲਬ ਇਸ ਤਰ੍ਹਾਂ ਪੜ੍ਹ ਰਿਹਾ ਹਾਂ ਜੀ। ہے دعا یاد مگر حرف دعا یاد نہیں میرے نغمات کو انداز نوا یاد نہیں ہم نے جن کے لیے راہوں میں بچھایا تھا لہو ہم سے کہتے ہیں وہی عہد وفا یاد نہیں زندگی جبر مسلسل کی طرح کاٹی ہے جانے کس جرم کی سزا پائی ہے سزا یاد نہیں کیسے بھرائیں سرے شام کسی کی آنکھیں کیسے تھرائی چاغوں کی ضیا یاد نہیں صرف دندلائے ہوئے ستاروں کی چمک دیکھی ہے کب ہوا کون ہوا مجھ سے خفا یاد نہیں آخری شعر ہے سر ہاں جی آؤ ایک سجدہ کریں عالم مدہوشی میں لوگ کہتے ہیں کہ ساغر کو خدا یاد نہیں واہ واہ کیا بات ہے ਬਹੁਤ ਵਧੀਆ। ਦੇਖੋ ਜੀ ਜਿਹੜੀ ਬੇਵਫਾ ਉਹਨਾਂ ਲੋਕਾਂ ਨੂੰ ਕੀ ਪਤਾ ਤੁਸੀਂ ਕਿੰਨਾ ਕੁ ਲਹੂ ਕਿਸੇ ਲਈ ਬਹਾਉਂਦੇ ਆ ਕਿਉਂ ਬੇਵਫਾ ਹੀ ਹੁੰਦੇ ਆ ਫਿਰ ਉਹਨਾਂ ਨੂੰ ਯਾਦ ਨਹੀਂ ਰਹਿੰਦਾ ਇਹ ਬਾਤ ਹੁੰਦੀ ਆ। ਬਿਲਕੁਲ ਸਹੀ ਹੈ ਜੀ ਤੁਹਾਡੀ ਗੱਲ ਦੇ ਵਿੱਚ ਬਹੁਤ ਹੀ ਵਧੀਆ ਰੰਗ ਸੀ। ਥੈਂਕ ਯੂ ਡਾਕਟਰ ਮੁਹੰਮਦ ਆਜ਼ਾਦ ਜੀ ਜਿਹੜੀ ਕਿ ਤੁਸੀਂ ਉਰਦੂ ਦੇ ਵਿੱਚ ਸਾਨੂੰ ਗਜ਼ਲ ਸੁਣਾਈ ਹੈ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਤੁਹਾਡਾ। ਤੁਸੀਂ ਸਾਡੀ ਮਹਿਫਲ ਦੇ ਵਿੱਚ ਸ਼ਿਰਕਤ ਕਰਦੇ ਆ ਹਰ ਹਫ਼ਤੇ ਕੋਈ ਨਾ ਕੋਈ ਗਜ਼ਲ ਜਿਹੜੀ ਕਦੇ ਫਰਾਜ਼ ਦੀ ਗਜ਼ਲ ਸੁਣਾਉਂਦੇ ਆ ਅਤੇ ਕਦੇ ਡਾਕਟਰ ਮੁਹੰਮਦ ਇਕਬਾਲ ਦੀ ਵੀ ਸੁਣਾ ਜਾਂਦੇ ਆ ਬਹੁਤ ਸਾਰੀਆਂ ਗਜ਼ਲਾਂ ਤੁਸੀਂ ਸੁਣਾਈਆਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ। ਅਤੇ ਕਿਉਂਕਿ ਜਿਹੜਾ ਸਾਡੇ ਦੇਸ਼ ਦੇ ਵਿੱਚ ਬੇਇਨਸਾਫੀ ਹੋ ਰਹੀ ਆ ਇਸ ਕਰਕੇ ਹੀ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਸੁਧਾਰ ਨਹੀਂ ਆ ਰਿਹਾ। ਅਤੇ ਮੈਂ ਇੱਕ ਨਜ਼ਮ ਲਿਖੀ ਹੈ ਅਤੇ ਅਗਰ ਕੋਲ ਨਾ ਆਈ ਤਾਂ ਫਿਰ ਮੈਂ ਤੁਹਾਨੂੰ ਸੁਣਾਉਣਾ ਨਹੀਂ ਤਾਂ ਆਪਾਂ ਕੋਲਾਂ ਕਿਉਂਕਿ ਲੈਣੀਆਂ ਹੀ ਆ ਸਮਾਂ ਇਸ ਵੇਲੇ 15-16 ਮਿੰਟ ਬਾਕੀ ਪਏ ਹਨ ਅਤੇ ਸ਼ਾਇਦ ਜਿਹੜੇ ਆ ਰਹੇ ਆ ਹੁਣ ਤਾਂ ਬਿੰਦਰਾ ਸਾਹਿਬ ਆਸ਼ਾ ਮਲ ਜੀ ਗੁਰਦੇਵ ਸਿੰਘ ਭੋਗਲ ਜੀ ਔਰ ਜਾਲਫ ਸਾਹਿਬ ਜੋਗਿੰਦਰ ਮਹੇਸ਼ ਜੋਗੀ ਔਰ ਡਾਕਟਰ ਮੁਹੰਮਦ ਆਜ਼ਾਦ ਇਹਨਾਂ ਨੇ ਆਪੋ ਆਪਣੇ ਕਲਾਮ ਸੁਣਾਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਅਖੇ ਤੋਬਾ ਮੇਰੀ ਜ਼ਿੰਦਗੀ 'ਚ ਆਏ ਨਾ ਕਿਧਰੇ ਵੀ ਸੁਖਨ ਦਿਨ ਸੁਹਾਣੇ ਬਹਾਰ ਦੇ। ਦੇਖੋ ਕਰੋੜਾਂ ਲੋਕ ਆ ਜੋ ਇਸ ਤਰ੍ਹਾਂ ਦੇ ਆ 75 ਸਾਲ ਹੋ ਗਏ ਆ ਸਾਡੇ ਦੇਸ਼ ਨੂੰ ਆਜ਼ਾਦ ਹੋਇਆ ਜਿੱਦਾਂ ਕਿ ਭੋਗਲ ਸਾਹਿਬ ਕਹਿ ਰਹੇ ਆ ਕਿ ਇਹ ਜੋ ਕੁਛ ਹੋ ਰਿਹਾ ਜੇ ਇਹ ਨਾ ਅਸਲੀਅਤ ਦੇ ਵਿੱਚ ਆਉਣ ਤਾਂ ਕੀ ਕਰੀਏ। ਇਸੇ ਤਰ੍ਹਾਂ ਦੀ ਬਾਤ ਯਹੀ ਹੈ ਕਿ ਤੋਬਾ ਮੇਰੀ ਜ਼ਿੰਦਗੀ 'ਚ ਆਏ ਨਾ ਕਿਧਰੇ ਵੀ ਸੁਖਨ ਦਿਨ ਸੁਹਾਣੇ ਬਹਾਰ ਦੇ ਬੇਸ਼ੱਕ ਅਨੇਕਾਂ ਮੌਸਮ ਬਦਲੇ ਰੁੱਤਾਂ ਸਦਕੇ ਲੋਕੀ ਜਿਹਨੂੰ ਆਖਣ ਰੰਗ ਕਰਤਾਰ ਦੇ। ਰੁੱਤਾਂ ਤਾਂ ਬਹੁਤ ਬਦਲੀਆਂ ਮੌਸਮ ਵੀ ਬਹੁਤ ਬਦਲੇ ਪਰ ਗਰੀਬ ਦੀ ਜ਼ਿੰਦਗੀ ਦੇ ਵਿੱਚ ਕੋਈ ਖੁਸ਼ੀ ਦਾ ਦਿਨ ਨਹੀਂ ਆਇਆ। ਮੈਂ ਦੁੱਖਾਂ ਦੀ ਗਠੜੀ ਸਿਰ 'ਤੇ ਉਠਾਈ ਸੁੱਖਾਂ ਦੀ ਪਟੜੀ ਮੇਰੇ ਪੰਜ ਤੋਂ ਰਹੀ ਪਰਾਈ। ਇਹ ਕਿਆ ਬਾਤ ਹੋਈ ਹੈ। ਮੈਂ ਦੁੱਖਾਂ ਦੀ ਗਠੜੀ ਸਿਰ 'ਤੇ ਉਠਾਈ ਹਰ ਮਜ਼ਦੂਰ ਜੋ ਹੈ ਸੁੱਖਾਂ ਦੀ ਪਟੜੀ ਮੇਰੇ ਪੰਜ ਤੋਂ ਰਹੀ ਪਰਾਈ। ਇਹ ਮੇਰੇ ਹਾਕਮਾਂ ਦੀ ਮਿਹਰਬਾਨੀ ਜੋ ਹਰ ਮੋੜ 'ਤੇ ਮੇਰੇ ਰਾਹੀਂ ਕੰਡੇ ਰਹੇ ਖਿਲਾਰਦੇ ਕੰਡੇ ਰਹੇ ਖਿਲਾਰਦੇ। ਕਿੰਨੀ ਕੁ ਦੇਰ ਭਰਮ ਪਾਲਾਂਗਾ ਕਿ ਇਹ ਗੈਰ ਨਹੀਂ ਹੈ ਹਮਦਰਦ ਮੇਰੇ ਇਹਨਾਂ ਤੋਂ ਸੁਨਹਿਰੀ ਭਵਿੱਖ ਪਾਲਾਂਗਾ।
ਲਾਰਿਆਂ ਦੀ ਅਦਾ, ਭੁੱਖੇ ਪੇਟ ਨਾ ਪਰ ਸਕੈ, ਭੁੱਖਮਰੀ 'ਚ ਮਰ ਗਏ ਵਿਚਾਰੇ ਸਮੇਂ ਤੋਂ ਪਹਿਲਾਂ, ਸਾਥੀ ਬਣੇ ਖਿਦਮਤਦਾਰ ਪਰਲੇ ਦੁਆਰ ਦੇ, ਪਰਲੇ ਦੁਆਰ ਦੇ। ਸੋਚਣਾ ਕਿ ਇਹ ਜ਼ਿੰਦਗਾਨੀ ਕਿਉਂ ਹੋਈ ਦੁੱਖਾਂ ਦਰਦਾਂ ਦੀ ਕਹਾਣੀ, ਇਹ ਕਿਹਦੀ ਹੈ ਮਿਹਰਬਾਨੀ, ਕੀ ਹੈ ਕਾਰਿਸਤਾਨੀ। ਸ਼ਾਇਦ ਜਵਾਬ ਮਿਲਦਾ ਕਿ ਕਾਣੀ ਵੰਡ ਹੈ ਜ਼ਿੰਮੇਵਾਰ, ਕਾਣੀ ਵੰਡ ਹੈ ਜ਼ਿੰਮੇਵਾਰ, ਜਾਂ ਵੰਡ ਦੁਸ਼ਵਾਰ, ਜਿਹੜਾ ਕਿ ਤੁਸੀਂ ਦੇਖ ਰਹੇ ਆ ਆਪਣੇ ਟੈਲੀਵਿਜ਼ਨ 'ਤੇ ਕਿ ਕਿਸ ਤਰ੍ਹਾਂ ਇੱਕ ਵੰਡ ਦੇ ਆਧਾਰ 'ਤੇ ਕਿਸੇ ਨੂੰ ਛੋਟਾ ਕਹਿ ਕੇ ਕਿ ਤੂੰ ਜੇ ਮੇਰੇ ਕੜੇ ਨੂੰ ਹੱਥ ਲਾਤਾ ਤਾਂ ਮੇਰਾ ਕੜਾ ਜਿਹੜਾ ਦੁਸਤ ਹੋ ਗਿਆ। ਕਿਆ ਬਾਤ ਹੈ, ਇਹ ਸਹਿਨ ਨਹੀਂ ਹੋ ਰਹੀ ਗੱਲ। ਕਾਣੀ ਵੰਡ ਹੈ ਜ਼ਿੰਮੇਵਾਰ ਜਾਂ ਵੰਡ ਦੁਸ਼ਵਾਰ, ਇਹ ਨਖੁੱਟ ਸੋਚ ਹੈ ਭਾਗੀਦਾਰ ਇਸ ਮਹਾਂ ਤ੍ਰਿਸਕਾਰ ਦੇ। ਤ੍ਰਿਸਕਾਰੀ ਹੋ ਰਹੀ ਆ, ਇਹਦਾ ਭਾਗੀਦਾਰ ਉਹ ਹਨ। ਉਂਝ ਦੇਣ ਪੰਡੋਰਾ, ਉਂਝ ਦੇਣ ਢੰਡੋਰਾ ਕੇ ਪਾਰ ਬ੍ਰਹਮ ਹੈ ਕਣ ਕਣ 'ਚ ਵਿਆਪਕ, ਹਰ ਜ਼र्रा ਜ਼र्रा ਉਹਦੀ ਹੋਂਦ ਸ਼ਨਾਖਤ। ਹਾਂ ਹੋਏਗਾ ਔਰ ਜਗਤ ਉਸ ਮਾਨਿਆ ਇਹੋ ਜਿਹਾ ਦੇਸ਼ 'ਚ ਆ ਜਿਹੜਾ ਜਗਤ ਹੈ ਜਿਹਦੇ 'ਚ ਆਪਾਂ ਬੈਠੇ ਹਾਂ ਇੱਥੇ ਹੈ, ਹੋਏਗਾ ਔਰ ਜਗਤ ਉਸ ਮਾਨਿਆ ਸੱਚ। ਪਰ ਭਾਰਤ ਕਾਹੇ ਦੋਮ ਸੋਮ ਤੇ ਅਲੱਗ ਥਲਗ, ਕੂੜ ਕਲੰਕ ਹੀਨਤਾ ਕਿੰਜ ਦਾਨਿਸ਼ਵਰ ਹਨ ਸਵੀਕਾਰ ਦੇ। ਸਵਾਲ ਆ ਨਹੀਂ ਆ ਰਿਹਾ ਕਿ ਜਿਨ੍ਹਾਂ ਨੂੰ ਕਹਿੰਦੇ ਆ ਕਿ ਉਹਨਾਂ ਦੇ ਮਨਾਂ 'ਚ ਦਰਦ ਵੀ ਹੈ, ਪਿਆਰ ਵੀ ਹੈ, ਉਹ ਦਾਨਿਸ਼ਵਰ ਵੀ ਆ, ਅਕਲਮੰਦ ਵੀ ਆ। ਅਕਲਮੰਦ ਬੰਦਾ ਤਾਂ ਕੋਈ ਗਲਤ ਗੱਲ ਨਹੀਂ ਸਵੀਕਾਰਦਾ। ਪੱਥਰਾਂ ਦੀ ਉਸ ਦੁਨੀਆ ਅੰਦਰ ਕਿੱਥੋਂ ਪਾਲਾਂ ਧੜਕਦਾ ਕੋਈ ਰਹਿਮ ਦਿਲ ਸਰਦੂਲ ਕਲੰਦਰ, ਇੰਜ ਜਾਪੇ ਸਭ ਨੌਟੰਕੀ ਮਖੌਟਾ ਚਾੜੀ ਫਿਰਦੇ। ऐसी बात लग रही ना, इन जापै कि सब नौटंकी मखौटा चाड़ी फिर दे ते आदम जून बिगाड़ी फिर दे। और केड़ा मूँह दिखावन गए उधर उत्थे भी जाके उस कर दरकादिर यार दे। प्यारे अज तई मैं ते मेरी दुनिया है नरकी जून हंडाई, करोड़ां ही लोग आ बिना छतों सौ रहे आ, भुखे सौ रहे आ और बहुत ही असमानता का शिकार हो रहे हैं। प्यारे अज तई मैं ते मेरी दुनिया है नरकी जून हंडाउंदी रही, पर आस की किरण लई ललचाउंदी रही। हाँ आस है, आस के बिना इंसान मर जाता। यकीन है कि एक दिन प्रकाश साडे बेड़े आएगा, जद विद्या दा चानण चतुरफा रोशनाएगा। ਬੱਚਿਆਂ ਨੂੰ ਵਿਦਿਆ ਦੇਣੀ ਆ, ਬਹੁਤ ਜ਼ਰੂਰੀ ਆ, ਬਹੁਤ ਲਾਜ਼ਮੀ ਆ, ਉਹ ਸਾਡਾ ਭਵਿੱਖ ਆ। ਜਦ ਤਾਈਂ ਬੱਚੇ ਵਿਦਿਆ ਵਾਲੇ ਨਹੀਂ ਬਣ ਜਾਣਗੇ, ਉੱਚੇ ਇੰਜੀਨੀਅਰ ਨਹੀਂ ਬਣ ਗਏ, ਡਾਕਟਰ ਨਹੀਂ ਬਣ ਗਏ, ਵਕੀਲ ਨਹੀਂ ਬਣ ਗਏ, ਜੱਜ ਨਹੀਂ ਹੋਣਗੇ, ਉਹਨਾਂ ਨੂੰ ਕਿਸੇ ਨੇ ਦੂਸਰਿਆਂ ਨੇ ਇਨਸਾਫ ਨਹੀਂ ਦੇਣਾ। ਯਕੀਨ ਹੈ ਕਿ ਇੱਕ ਦਿਨ ਪ੍ਰਕਾਸ਼ ਸਾਡੇ ਵਿਹੜੇ ਆਵੇਗਾ, ਵਿਦਿਆ ਦਾ ਚਾਨਣ ਚਤਰਫਾ ਰੋਸ਼ਨਾਵੇਗਾ। ਜਿਉਂਦੇ ਹਾਂ ਸਹਾਰੇ ਹੱਕ ਸੱਚ ਤੇ ਇਤਬਾਰ ਦੇ, ਹੱਕ ਸੱਚ ਤੇ ਇਤਬਾਰ ਦੇ। ਇਹ ਸੀ ਜੀ, ਇਹ ਮੈਂ ਨਜ਼ਮ ਜਿਹੜੀ ਹੈ ਪਰਸੋਂ ਲਿਖੀ ਸੀ ਔਰ ਜਿਹੜੀ ਕਿ ਤੁਹਾਨੂੰ ਅੱਜ ਮੈਂ ਆਪਣੇ ਇਸ ਮਾਧਿਅਮ ਤੋਂ ਸੁਣਾਈ ਆ, ਕਾਂਸੀ ਟੀਵੀ ਤੋਂ। ਤਾਈਓ ਮੈਂ ਕਹਿੰਦਾ ਹਾਂ ਕਿ ਲੋੜ ਹੈ ਮੇਰੇ ਭਾਰਤ ਵਾਸੀਓ, ਸੋਚ ਬਦਲੋ, ਮਜ਼ਾਜ ਬਦਲੋ ਅਤੇ ਸਮਾਜ ਬਦਲੋ। ਜੇ ਤੁਸੀਂ ਜ਼ਿੰਦਗੀ 'ਚ ਗਰੀਬਾਂ ਦੇ ਸੁਧਾਰ ਲਿਆਉਣਾ ਤਾਂ ਪਹਿਲਾਂ ਆਪਣੀ ਸੂਝ ਅੰਦਾਜ਼ ਬਦਲੋ। ਜਿਹੜੇ ਲੋਕ ਹਨ ਦੇਸ਼ ਨੂੰ ਚਲਾ ਰਹੇ ਆ, ਉਹਨਾਂ ਦਾ ਬਹੁਤ ਇਹ ਜ਼ਰੂਰੀ ਫਰਜ਼ ਬਣ ਜਾਂਦਾ ਹੈ, ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਸਾਨੂੰ ਸੰਵਿਧਾਨ ਦੇ ਗਏ ਆ। ਉਸ ਸੰਵਿਧਾਨ ਦੀ ਅਸੀਂ ਰਖਵਾਲੀ ਆਪ ਕਰਨੀ ਹੈ। ਉਹ ਸੰਵਿਧਾਨ ਆਜ਼ਾਦ ਭਾਰਤ ਦਾ ਆਪਣਾ ਸੰਵਿਧਾਨ, ਜਿਹਦਾ ਹਰ ਨਰ ਨਾਰੀ ਹੈ ਏਕ ਸਮਾਨ ਕਾਨੂੰਨ, ਕੋਈ ਉੱਚਾ ਕੋਈ ਨੀਵਾਂ ਹੋ ਨਹੀਂ ਸਕਦਾ। ਇਹ ਦੋਮ ਸੋਮਹੀਨਤਾ ਜ਼ਹਿਨੀਅਤ ਨਾਜ਼ ਬਦਲੋ। ਆ ਜਿਹੜੀ ਜ਼ਿਹਨ ਦੇ ਵਿੱਚ ਵੜ ਗਈ ਹੈ ਗੱਲ ਕਿ ਫਲਾਨਾ ਉੱਚਾ ਹੈ ਤੇ ਕੋਈ ਛੋਟਾ ਹੈ, ਕੋਈ ਨੀਵਾਂ ਹੈ,
ਇਹਨੂੰ ਬੋਲਣਾ ਪੈਣਾ ਹੈ, ਇਹਨੂੰ ਬੋਲਣਾ ਪੈਣਾ ਹੈ। ਸਾਡਾ ਸੰਵਿਧਾਨ ਜਿਹੜਾ ਕਿ ਸੈਕੂਲਰ ਸੰਵਿਧਾਨ ਵਾ, ਜਿਹਦੇ ਵਿੱਚ ਹਰ ਇੱਕ ਨੂੰ ਆਪਣਾ ਧਰਮ ਜਿੱਦਾਂ ਮਰਜ਼ੀ ਉਹ ਮੰਨਣਾ ਚਾਹੁੰਦਾ, ਪਰ ਦੂਸਰੇ ਦੇ ਹੱਕਾਂ ਦਾ ਵੀ ਉਹਨੂੰ ਦੇਖਣਾ ਪਏਗਾ ਕਿ ਉਹਨਾਂ ਦੇ ਹੱਕ ਅਸੀਂ ਮਾਰ ਤਾਂ ਨਹੀਂ ਰਹੇ। ਆਜ਼ਾਦ ਭਾਰਤ ਦਾ ਆਪਣਾ ਸੰਵਿਧਾਨ, ਜਿਹਦਾ ਹਰ ਨਰ ਨਾਰੀ ਹੈ ਇੱਕ ਸਮਾਨ, ਕਾਨੂੰਨ ਕੋਈ ਉੱਚਾ ਕੋਈ ਨੀਵਾਂ ਹੋ ਨਹੀਂ ਸਕਦਾ। ਦੋਮ ਸੋਮਹੀਣਤਾ ਜ਼ਹਿਨੀਅਤ ਇਹ ਨਾਜ਼ ਬਦਲੋ। ਅੱਜ ਦੇ ਜਹਾਨ ਹਰ ਸਭਿਅਕ ਇਨਸਾਨ ਕਾਨੂੰਨੀ ਦਾਇਰੇ 'ਚ ਰਹਿ ਕਰਿੰਦਾ ਕਾਨੂੰਨ ਦਾ ਪੂਰਨ ਸਨਮਾਨ। ਤਾਈਓ ਉਹਨੂੰ ਕਹਾਂਗੇ ਕਿ ਸਭਿਅਕ ਇਨਸਾਨ ਵਾ ਜਿਹੜਾ ਕਾਨੂੰਨ ਦੀ ਪੂਰੀ ਕੇਅਰ ਕਰਦਾ ਹੈ। ਫਿਰ ਕਿਉਂ ਮਾਇਆ ਧਾਰੀ ਹੋ ਹੰਕਾਰੀ, ਕਾਨੂੰਨ ਦੀ ਕਰੇ ਵਿਚਾਰੀ। ਧਨੀ ਤਨੰਤਰ ਪੈਸਾ ਛੂ ਮੰਤਰ, ਇਹ ਲਿਹਾਜ਼ ਬੇਅੰਦਾਜ਼ ਬਦਲੋ। ਲਓ ਜੀ ਕੋਲ ਆ ਰਹੀ ਹੈ। ਹਾਂਜੀ ਜੀ ਅਨੂ ਜੀ। ਹੈਲੋ ਜੀ ਬੰਗਰ ਸਾਹਿਬ, ਮੈਂ ਦਲੇਲ ਭਮਰਾ ਬੋਲਦਾ। ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ, ਬੜਾ ਪ੍ਰੋਗਰਾਮ ਅੱਛਾ ਜਾ ਰਿਹਾ, ਸਾਰੇ ਕਾਲਰਸ ਵੀ ਬੜੇ ਅੱਛੇ ਗੱਲਾਂ ਸੁਣਾ ਰਹੇ ਆ। ਹਾਂਜੀ, ਤੇ ਬੜਾ ਆਨੰਦ ਆ ਰਿਹਾ ਸਾਰਿਆਂ ਨੂੰ। ਹਮੇਸ਼ਾ ਹੀ ਤੁਹਾਡਾ ਪ੍ਰੋਗਰਾਮ ਜੋ ਕਵਿਤਾ ਤੁਸੀਂ ਵੀ ਲੈ ਕੇ ਆਉਂਦੇ, ਜਿਹੜੇ ਤੁਹਾਡੇ ਹੋਰ ਜੁੜਦੇ ਤੁਹਾਡੇ ਨਾਲ ਉਹ ਵੀ ਲੈ ਕੇ ਆਉਂਦੇ, ਬੜਾ ਅੱਛਾ ਲੱਗਦਾ ਉਹਨਾਂ ਸਾਰੀਆਂ ਦੇ ਕਵਿਤਾਵਾਂ ਸੁਣ ਕੇ। ਹਾਂਜੀ ਹਾਂਜੀ, ਤੇ ਮੇਰੇ ਕੋਲ ਤਾਂ ਕੋਈ ਹੈ ਨਹੀਂ, ਮੈਂ ਲੈ ਕੇ ਨਹੀਂ ਆਇਆ ਕਵਿਤਾ, ਪਰ ਮੈਂ ਉੱਦਾਂ ਹੀ ਬਿਲਕੁਲ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ, ਉਹ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਪ੍ਰੋਗਰਾਮ ਤੁਹਾਡਾ ਨਾਈਸ ਚੱਲ ਰਿਹਾ। ਬੰਗਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਜੀ ਭਮਰਾ ਸਾਹਿਬ, ਤੁਸੀਂ ਪਹਿਲੀ ਵਾਰ ਆਏ ਆ। ਕਿਉਂਕਿ ਗੱਲ ਹੁੰਦੀ ਹੈ ਕਿ ਮੇਰਾ ਜਿਹੜਾ ਕਵੀ ਦਰਬਾਰ ਲੱਗਦਾ ਆ, ਇਹਦੇ ਵਿੱਚ ਸਾਰੇ ਸ਼ਾਇਰ ਆਉਂਦੇ ਆ, ਸੂਝਵਾਨ ਬੰਦੇ ਆਉਂਦੇ ਆ, ਆਪੋ ਆਪਣਾ ਜਿਹੜਾ ਹਿੱਸਾ ਪਾਉਂਦੇ ਆ। ਇਹਦੇ ਨਾਲ ਫਿਰ ਪ੍ਰੋਗਰਾਮ ਨੂੰ ਚਾਰ ਚੰਨ ਲੱਗ ਜਾਂਦੇ ਆ। ਹਾਂਜੀ ਹਾਂਜੀ, ਤੇ ਬਿਲਕੁਲ ਹਮੇਸ਼ਾ ਹੀ ਸੁਣੀਦਾ ਤੁਹਾਡਾ ਪ੍ਰੋਗਰਾਮ, ਬੜੇ ਆਨੰਦ ਆਉਂਦਾ। ਔਰ ਪਰਮਾਤਮਾ ਇਸੇ ਤਰ੍ਹਾਂ ਹੀ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਔਰ ਇਸੇ ਤਰ੍ਹਾਂ ਪ੍ਰੋਗਰਾਮ ਤੁਸੀਂ ਆਪਣੇ ਨਵੇਂ ਤੋਂ ਨਵੇਂ ਲੈ ਕੇ ਆਉਂਦੇ ਰਹੋਗੇ। ਥੈਂਕ ਯੂ ਤੁਹਾਡਾ। ਓਕੇ, ਥੈਂਕ ਯੂ ਵੈਰੀ ਮਚ। ਇਹ ਸੀ ਸਾਡੇ ਜੀ ਦਲੇਰ ਭਮਰਾ ਜੀ, ਜਿਹੜਾ ਕਿ ਆਪਣਾ ਵੀ ਇਹ ਪ੍ਰੋਗਰਾਮ ਕਰਦੇ ਆ। ਹੁਣ ਤਾਂ ਇਹ ਨਿਊਜ਼ ਵੀ ਦਿੰਦੇ ਹੁੰਦੇ ਆ ਐਤਵਾਰ ਵਾਲੇ ਦਿਨ ਆਪਣੇ, ਕਿਉਂਕਿ ਦੁਗਲ ਸਾਹਿਬ ਦੇ ਨਾਲ। ਅਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਉਹ ਕਹਿੰਦੇ ਕਿ ਅਸੀਂ ਆਪਣਾ ਪ੍ਰੋਗਰਾਮ ਤੁਹਾਡਾ ਸੁਣ ਰਹੇ ਹਾਂ, ਔਰ ਇਸ ਕਰਕੇ ਮੈਂ ਸੋਚਿਆ ਕਿ ਮੈਂ ਵੀ ਆਪਣੀ ਸ਼ਿਰਕਤ ਕਰਕੇ ਪ੍ਰੋਗਰਾਮ ਦੀ ਸ਼ਲਾਘਾ ਕਰ ਦੇਵਾਂ। ਥੈਂਕ ਯੂ ਜੀ। ਲਿਖਿਆ ਹੈ ਕਿ ਧਰਮ ਹੈ ਮਨ ਚਾਹੀ ਅਦਾ, ਪਰ ਜੋ ਵਿਤਕਰੇ ਵੰਡੀਆਂ ਪਾਵੇ ਉਹ ਮਜ਼ਹਬ ਨਹੀਂ ਮੇਰੀ ਕਦਾ, ਮੇਰੀ ਕਦਾ, ਮੇਰੀ ਕਦਾ। ਧਰਮ ਹੈ ਮਨ ਚਾਹੀਏ ਦਾ। ਮੈਂ ਜਿਸ ਤਰ੍ਹਾਂ ਕਹਿ ਰਿਹਾ, ਤੁਹਾਡੀ ਮਰਜ਼ੀ ਹੈ, ਜਿਹੜੇ ਮਰਜ਼ੀ ਧਰਮ ਨੂੰ ਮੰਨੋ, ਪਰ ਕਿਸੇ 'ਚ ਵੰਡੀਆਂ ਨਹੀਂ ਪਾਉਣੀਆਂ। ਪਿਆਰ ਦੇ ਨਾਲ ਹਰ ਇੱਕ ਨੂੰ ਸਨਮਾਨ ਸਮਝਣਾ, ਸਤਿਕਾਰ ਕਰਨਾ। ਧਰਮ ਹੈ ਮਨ ਚਾਹੀ ਅਦਾ, ਪਰ ਜੋ ਵਿਤਕਰੇ ਵੰਡੀਆਂ ਪਾਵੇ ਉਹ ਮਜ਼ਹਬ ਨਹੀਂ ਮੇਰੀ ਕਦਾ। ਭਾਰਤ ਸਦੀਆਂ ਰਿਹਾ ਗੁਲਾਮ, ਟੁਕੜਿਆਂ 'ਚ ਵੰਡੀ ਲੁਕਾਈ ਤਮਾਮ। ਇਹ ਭਿੰਨ ਭੇਦ ਕਾਜ ਪ੍ਰਵਾਜ਼ ਬਦਲੋ, ਬੋਲਣਾ ਪੈਣਾ ਆ। ਬਿਲਕੁਲ ਅੱਗੇ ਵਧਣਾ ਬੜੀ ਕਮਾਲ, ਪਰ ਪਿਛਲਿਆਂ ਤੇ ਪਛੜਿਆਂ ਦਾ ਵੀ ਕੀਤਾ ਹੈ ਕੋਈ ਖਿਆਲ। ਸਵਾਲ ਇਹ ਆ ਕਿ ਉਹਨਾਂ ਨੂੰ ਵੀ ਅੱਗੇ ਲਿਜਾਣਾ ਹੈ। ਕਿੱਦਾਂ ਲਿਜਾ ਸਕਦੇ ਆ ਕਿ ਉਹਨਾਂ ਨੂੰ ਪੂਰਾ ਸਨਮਾਨ ਦੇ ਕੇ, ਸਤਿਕਾਰ ਦੇ ਕੇ, ਪਿਆਰ ਕਰਕੇ ਉਹਨਾਂ ਨੂੰ ਅੱਗੇ ਲਿਜਾਣਾ ਹੈ। ਅੱਗੇ ਵਧਣਾ ਬੜੀ ਕਮਾਲ, ਪਰ ਪਿਛਲਿਆਂ ਤੇ ਪਛੜਿਆਂ ਦਾ ਵੀ ਕੀ ਹੈ ਕੋਈ ਖਿਆਲ। ਚੰਦਰਯਾਨ ਇਹ ਸਾਡੀ ਸ਼ਾਨ, ਪਰ ਭਾਰਤ ਕਿਕੂ ਬਣੂ ਮਹਾਨ। ਕਰੋੜਾਂ ਜੀਵਾਂ ਦਾ ਤਾਂ ਨਰਕੀ ਜਿਉਣਾ, ਇਹ ਦੰਭੀ ਧਰਮ ਰਾਜ ਬਦਲੋ। ਇਸ ਤਰ੍ਹਾਂ ਨਹੀਂ ਗੱਲਬਾਤ ਬਣਨੀ। ਸਾਡੇ ਬੱਚੇ ਭਵਿੱਖ ਦੀ ਬਾੜੀ, ਧੀਆਂ ਪੁੱਤਰ ਕਿਉਂ ਤੁਸੀਂ ਪਾਉਂਦੇ ਹੋ ਪਾੜੀ। ਵਿਤਕਰਾ ਜ਼ਹਿਨੀਅਤ ਸੋਚ ਹੈ ਮਾੜੀ। ਜਿਸ ਤਰ੍ਹਾਂ ਸਾਡੇ ਡਾਕਟਰ ਸਾਹਿਬ ਕਹਿੰਦੇ ਹੁੰਦੇ ਆ ਕਿ ਅਸੀਂ ਧੀਆਂ ਦੇ ਨਾਲ, ਅਸੀਂ ਆਮ ਦੇਖਦੇ ਹਾਂ ਕਿ ਅਸੀਂ ਕੁੱਖ ਦੇ ਵਿੱਚ ਧੀਆਂ ਮਾਰ ਦਿੰਦੇ ਹਾਂ। ਭਰੂਣ ਹੱਤਿਆਵਾਂ ਸਾਡੇ ਅਜੇ ਵੀ ਨਹੀਂ ਹਟ ਰਹੀਆਂ, ਅਤੇ ਤਾਈਓ ਬੱਚਿਆਂ ਦੀ ਜਿਹੜੀ ਸੰਖਿਆ ਆ
ਉਹਦੇ ਵਿੱਚ ਕਮੀ ਹੈ। ਮਾਲਕ ਤਾਂ ਹਰ ਇੱਕ ਨੂੰ ਸਮਾਨਿਆ ਹਰ ਇੱਕ ਚੀਜ਼ ਦਿੰਦਾ ਹੈ। ਇਹ ਕਿਉਂ ਹੋ ਰਿਹਾ? ਬੱਚੇ ਸਾਡੇ ਭਵਿੱਖ ਦੀ ਵਾੜੀ, ਧੀਆਂ ਪੁੱਤਰ ਕਿਉਂ ਤੁਸੀਂ ਪਾਉਂਦੇ ਪਾੜੀ? ਵਿਤਕਰਾ ਜ਼ਹਿਨੀਅਤ ਸੋਚ ਹੈ ਮਾੜੀ। ਫਿਰ ਕੀ ਫਰਕ ਕਰਨਾ ਪਊਗਾ? ਸੋਸ਼ਲ ਸਿਕਿਉਰਿਟੀ ਸਰਕਾਰ ਲਿਆਵੇ, ਮੁਫਤ ਵਿਦਿਆ ਅਤੇ ਪੈਨਸ਼ਨ ਹਰ ਕੋਈ ਪਾਵੇ। ਇਹ ਸ਼ਖਸੀ ਨਿਰਭਰਤਾ ਅਤੀ ਲੜਾਉਂਦਾ ਇਹ ਅਭਿਆਸ ਬਦਲੋ। ਜਿਹੜਾ ਕਿ ਇੱਕ ਤੁਸੀਂ ਇੱਕ ਹੈ ਨਾ ਆਪਣੇ ਤੁਸੀਂ ਕਹਿੰਦੇ ਲੜਕੀਆਂ ਨੂੰ ਅਸੀਂ ਵਿਆਹ ਕੇ ਤੋਰ ਦੇਣਾ, ਇਸ ਕਰਕੇ ਬੇਗਾਨਾ ਧਨਵਾ, ਔਰ ਲੜਕੇ ਜਿਹੜੇ ਆ ਉਹ ਸਾਡੇ ਕੋਲ ਰਹਿਣੇ ਆ, ਉਹ ਸਾਡਾ ਅਸੀਂ ਉਹਨਾਂ ਦੇ ਨਿਰਭਰ ਹੋਣਾ ਨਹੀਂ। ਇਸ ਤਰ੍ਹਾਂ ਨਹੀਂ। ਸਰਕਾਰ ਨੂੰ ਪੈਨਸ਼ਨ ਜਿਹੜੀ ਆ ਉਹ ਹਰ ਇੱਕ ਨੂੰ ਮਿਲਣੀ ਚਾਹੀਦੀ ਆ, ਔਰ ਤਾਂ ਕਿ ਦੂਏ 'ਤੇ ਤੁਸੀਂ ਡਿਪੈਂਡੈਂਟ ਨਾ ਹੋਵੋ। ਬਿਲਕੁਲ ਨਹੀਂ ਹੋਣਾ, ਬਿਲਕੁਲ ਨਹੀਂ ਹੋਣਾ। ਦੇਖੋ ਇਹ ਯਾਦ ਰੱਖਣਾ ਕਿ ਬ੍ਰਾਹਮਣ ਕੋਈ ਸ੍ਰੇਸ਼ਟ ਨਹੀਂ ਹੈ ਅਤੇ ਸ਼ੂਦਰ ਕੋਈ ਭ੍ਰਿਸ਼ਟ ਨਹੀਂ ਹੈ। ਇਹ ਭਿੰਨਤਾ ਤਾਂ ਡਾਢੀ ਦੁਖਦਾਈ ਹੈ। ਆ ਜੋ ਕੁਛ ਵੀ ਹੋ ਰਿਹਾ ਇਹ ਕਵਿਤਾ ਦੇ ਵਿੱਚ ਨੈਚੁਰਲੀ ਆਉਣਾ ਹੀ ਆਉਣਾ, ਕਿਉਂਕਿ ਇਹ ਹੋ ਰਿਹਾ। ਭੋਗਲ ਸਾਹਿਬ ਨੇ ਪੁੱਛਿਆ ਕਿ ਅਸੀਂ ਜੇਕਰ ਇਸ ਤਰ੍ਹਾਂ ਹੋ ਰਿਹਾ ਤਾਂ ਆਪਾਂ ਕੀ ਕਰੀਏ? ਮੈਂ ਇਹ ਕਹਿੰਦਾ ਇਹਨੂੰ ਖਤਮ ਕਰਨਾ ਪੈਣਾ, ਇਸ ਭਿੰਨਤਾ ਨੂੰ। ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ, ਕਿਉਂ ਨਹੀਂ ਹੋਈ ਜਾਂਚਬੋ। ਇਸ ਗੱਲ ਦੀ ਪੂਰੀ ਜਾਂਚ ਕਿਉਂ ਨਹੀਂ ਅੱਜ ਤਾਈਂ ਹੋਈ? ਕੀ ਮਕਸਦ ਹੋਇਆ? ਕਿਉਂ ਅਸੀਂ ਫਿਰ ਵੀ ਜਿਹਨੂੰ ਤੁਸੀਂ ਜਾਤ ਪਾਤ ਕਹਿੰਦੇ ਆ, ਜਦੋਂ ਸਾਡੇ ਪੈਗੰਬਰ ਗੁਰੂ ਸਾਨੂੰ ਸਮਝਾ ਗਏ ਆ, 10ਵੇਂ ਗੁਰੂ ਨੇ ਆਪਣਾ ਸਾਰਾ ਸਰਵੰਸ ਵਾਰ ਦਿੱਤਾ ਅਤੇ ਕਿਹਾ ਕਿ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ, ਸੋ ਕਿਉਂ ਨਹੀਂ ਹੋਈ ਜਾਂਚਬੋ। ਇਹ ਅਣਗੌਲਿਆ ਅਹਿਸਾਸ ਬਦਲੋ। ਤੁਹਾਡੇ ਅਹਿਸਾਸ ਨੂੰ ਬਦਲਣਾ ਹੀ ਪੈਣਾ ਹੈ। ਭਾਰਤ ਵਾਸੀਓ, ਦੁਨੀਆ ਵਾਲਿਓ, ਭਾਰਤ ਹੈ ਮੈਨੂੰ ਅਤੀ ਪਿਆਰਾ। ਉਹ ਮੇਰੀ ਜਿੰਦੂ, ਉਹ ਮੇਰੀ ਮਿੱਟੀ, ਉਹ ਮੇਰਾ ਸਿਰਜਣਹਾਰਾ। ਕਾਹੇ ਬਣੇ ਦੁਪਿਆਰਾ। ਹੋ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ। ਬੇਸ਼ੱਕ ਮੈਂ ਪਰਦੇਸੀ ਹੋਇਓ, ਵਤਨੋਂ ਦੂਰ ਤੁਹਾਡੇ ਭਾਣੇ ਕੁਦੇਸੀ ਹੋਇਓ। ਤੋਬਾ ਤੇਰ ਮੇਰ ਨਹੀਂ ਮਨ ਮਹਿ ਕਭੀ। ਇਹ ਸਭ ਦਾ ਕਿਆਸ ਬਦਲੋ। ਤੁਸੀਂ ਇਸ ਕਿਆਸ ਨੂੰ ਵੀ ਬਦਲ ਦੇਣਾ ਕਿ ਅਸੀਂ ਭਾਰਤ ਨੂੰ ਪਿਆਰ ਨਹੀਂ ਕਰਦੇ। ਸਾਡੇ ਜਿੰਨਾ ਭਾਰਤ ਨੂੰ ਕੌਣ ਪਿਆਰ ਕਰਦਾ ਹੈ? ਅਸੀਂ ਬਹੁਤ ਪਿਆਰ ਕਰਦੇ ਹਾਂ, ਪਰ ਜਦੋਂ ਉੱਥੇ ਕੋਈ ਗੱਲ ਸਹੀ ਨਹੀਂ ਹੁੰਦੀ ਤਾਂ ਦਿਲ ਨੂੰ ਦੁੱਖ ਲੱਗਦਾ ਅਤੇ ਸ਼ਾਇਰ ਆਪਣੀ ਕਲਮ ਉਠਾਉਂਦਾ ਅਤੇ ਤੁਹਾਨੂੰ ਆਪਣੇ ਦੁੱਖ ਔਰ ਦਰਦ ਜਿਹੜੇ ਆ ਉਹ ਲਿਖ ਕੇ ਦੱਸਦਾ ਹੈ। ਸੋ ਲੋੜ ਹੈ ਮੇਰੇ ਭਾਰਤ ਵਾਸੀਓ, ਸੋਚ ਬਦਲੋ, ਮਜ਼ਾਜ ਬਦਲੋ ਅਤੇ ਸਮਾਜ ਬਦਲੋ। ਜੇ ਤੁਸੀਂ ਗਰੀਬਾਂ ਦੀ ਜ਼ਿੰਦਗੀ ਸੁਧਾਰ ਲਿਆਉਣਾ ਤਾਂ ਆਪਣੀ ਸੂਝ ਅੰਦਾਜ਼ ਬਦਲੋ। ਲਓ ਜੀ, ਮੈਂ ਪਿਛਲੇ ਹਫ਼ਤੇ ਕਿਹਾ ਸੀਗਾ ਕਿ ਅਗਰ ਮੈਨੂੰ ਸਮਾਂ ਮਿਲਿਆ ਤਾਂ ਮੈਂ ਬਾਬਾ ਸਾਹਿਬ ਨੇ ਜੋ ਸਾਡੇ ਸੰਵਿਧਾਨ ਲਿਖ ਕੇ ਗਏ ਆ, ਕੁਛ ਇੱਕ ਹਫ਼ਤਾ ਕੁਛ ਉਹਨਾਂ ਲੈਣ ਮੈਂ ਜ਼ਰੂਰ ਬੋਲੂँਗਾ, ਕਿਉਂਕਿ ਲਿਖਿਆ ਹੈ ਜੇਕਰ ਭਾਰਤ ਦੀ ਧਰਤੀ ਭੀਮ ਰਾਓ ਜੀ, ਬਾਬਾ ਸਾਹਿਬ, ਡਾਕਟਰ ਅੰਬੇਦਕਰ ਨਾ ਬਣ ਵਿਦਵਾਨ ਹੋਣ ਤਾਂ ਕੀ ਹੁੰਦਾ ਕਿ ਜਨ ਜਾਤ ਜਲੂ ਨਾ ਜੜੋਂ ਜਾਂਦਾ, ਛੂਆ ਛਾਤ ਨਿਖੁੱਟ ਪ੍ਰਧਾਨ ਰਹਿੰਦੀ ਅਤੇ ਛੂਆ ਛਾਤ ਨਿਖੁੱਟ ਪ੍ਰਧਾਨ ਰਹਿੰਦਾ। ਊਚ ਨੀਚ ਦਾ ਦੇ ਦਰਜੇ ਮਿਟਦੇ ਨਾ, ਆਦਮ ਜੋ ਜਾਤ ਦਾ ਹੁੰਦਾ ਅਪਮਾਨ ਰਹਿੰਦਾ। ਭਰਮਾਂ ਕਰਮਾਂ 'ਚ ਫਸੀ ਲੁਕਾਈ ਰਹਿੰਦੀ, ਵਰਨ ਬੇਦਾਂ ਦਾ ਹੁੰਦਾ ਸਨਮਾਨ ਰਹਿੰਦਾ। ਮਨੂ ਸਿਮਰਤੀ ਰਹਿੰਦੀ ਮਨ ਮੌਜਾਂ ਕਰਦੀ, ਅਤੇ ਹੇਰਾ ਫੇਰੀ ਦਾ ਮਚਿਆ ਤੂਫਾਨ ਰਹਿੰਦਾ। ਹੁੰਦੀ ਕਦਰ ਨਾ ਕਦੇ ਇਨਸਾਨੀਅਤ ਦੀ, ਅਤੇ ਬੰਦੇ ਕਾਦਰ ਦੇ ਨਾ ਰੁਤਬਾ ਇਨਸਾਨੀ ਪਾਉਂਦੇ। ਜੇਕਰ ਭਾਰਤ ਦੀ ਨਗਰੀ 'ਚ ਧਰਤੀ 'ਤੇ ਭੀਮ ਰਾਓ ਜੀ ਡਾਕਟਰ ਅੰਬੇਦਕਰ ਨਾ ਬਣ ਮਹਾਂ ਵਿਦਵਾਨ ਆਉਂਦੇ। ਉਹਨਾਂ ਨੇ ਜੋ ਸਾਡੇ ਲਈ ਕੀਤਾ ਆ, ਅਸੀਂ ਉਹਦਾ ਦੇਣ ਕਦੇ ਦੇ ਹੀ ਨਹੀਂ ਸਕਦੇ। ਮੇਰੇ ਦੋਸਤੋ, ਗੱਲ ਇਹ ਹੈਗੀ ਆ ਕਿ ਮੇਰਾ ਜਿਹੜਾ ਸਮਾਂ ਆ ਉਹ ਖਤਮ ਹੋ ਰਿਹਾ, ਅਤੇ ਅਣਖ ਆਨ ਅਤੇ ਸ਼ਾਨ ਦੀ ਸਦਰ ਮਿਟਦੀ। ਅਛੂਤ ਤੂੰ ਰਹਿੰਦਾ ਗੁਲਾਮਾਂ ਦਾ ਗੁਲਾਮ ਬਣ ਕੇ, ਹੁੰਦਿਆ ਤੂੰ ਕਰਦਾ ਨਾ ਸੰਘਰਸ਼ ਅਤੇ ਘਟਦੀ ਜਾਚ ਹੁੰਦੀ। ਸੰਦੇਸ਼ ਦਿੰਦਾ ਨਾ ਸਾਧਨ ਜੇ ਸੰਗਰਾਮ ਬਣ ਕੇ। ਨਾਰੀ ਨਰਕੋ ਨਗੁਣੀ ਨਖੁੱਟ ਰਹਿੰਦੀ, ਮਾਣ ਦਿੰਦਾ ਨਾ ਭੀਮ ਦੁਲਾਰਾ ਜੇ ਸੁਲਤਾਨ ਬਣ ਕੇ। ਕਾਇਨਾਤ ਕਦੇ ਨਾ ਸੁਧਾਰ ਹੁੰਦੀ, ਮਹਿਰਮ ਦੁਖੀਆਂ ਨਾ ਆਉਂਦਾ ਜੇ ਮਿਹਰਬਾਨ ਬਣ ਕੇ। ਕਿਹੜਾ
ਕਿਨੇ ਪੁੱਛ ਪ੍ਰਤੀਤ ਕਰਨੀ ਸੀ ਪਿਆਰਿਆ ਹੋਏ, ਤੇਰੀ ਕੌਡੀ ਵੀ ਕੀਮਤ ਨਾ ਪੰਡੇ ਪਾਉਂਦੇ, ਜਿੱਦਾਂ ਕਿ ਅੱਜ ਵੀ ਕੋਸ਼ਿਸ਼ ਕਰ ਰਹੇ ਆ ਕਿ ਕੌਡੀ ਕੀਮਤ ਨਾ ਰਹੇ, ਪਰ ਉਹਨਾਂ ਸਭ ਕੁਝ ਲਿਖ ਦਿੱਤਾ ਆ। ਇਸ ਕਰਕੇ ਅੱਜ ਸਾਡੀ ਕੀਮਤ ਪੂਰੀ ਹੈ। ਜੇਕਰ ਭਾਰਤ ਦੀ ਧਰਤੀ 'ਤੇ ਭੀਮ ਰਾਓ ਜੀ ਖੁਦ ਆਲਮ ਅੰਬੇਦਕਰ ਨਾ ਬਣ ਵਿਦਵਾਨ ਹੁੰਦੇ ਤਾਂ ਪਤਾ ਨਹੀਂ ਸਾਡਾ ਕੀ ਹਾਲ ਹੁੰਦਾ। ਪੂਰੀ ਕਵਿਤਾ ਮੈਂ ਸੁਣਾ ਨਹੀਂ ਸਕਿਆ ਕਿਉਂਕਿ ਮੇਰੇ ਕੋਲ ਪੂਰਾ ਸਮਾਂ ਨਹੀਂ ਸੀ। ਮੈਂ ਸਾਰੇ ਹੀ ਸਰੋਤਿਆਂ ਦਾ ਔਰ ਸਾਰੇ ਸ਼ਾਇਰਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਹਿੱਸਾ ਪਾਇਆ। ਔਰ ਅਸੀਂ ਇੱਕ ਹਫ਼ਤਾ 1 ਘੰਟਾ ਮੈਨੂੰ ਸਮੇਂ ਦਾ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਖਤਮ ਹੋ ਗਿਆ। ਅਗਲੇ ਹਫ਼ਤੇ ਫਿਰ ਇਸੇ ਤਰ੍ਹਾਂ ਆਪਾਂ ਮਹਿਫਲ ਸਜਾਵਾਂਗੇ ਔਰ ਤੁਸੀਂ ਇਸ ਤਰ੍ਹਾਂ ਹੀ ਹਾਜ਼ਰੀ ਪਾਣੀ ਔਰ ਆਪਣੀਆਂ ਰਚਨਾਵਾਂ ਲੈ ਕੇ ਆਉਣਾ। ਅਸੀਂ ਆਪਣੀ ਕੋਸ਼ਿਸ਼ ਜਾਰੀ ਰੱਖਣੀ ਹੈ ਔਰ ਉਮੀਦ ਹੈ ਜੇ ਬਹੁਤੇ ਨਹੀਂ 1-2 ਇਨਸਾਨ ਹੀ ਸਾਡੀਆਂ ਗੱਲਾਂ ਦੇ ਉੱਤੇ ਜਾਂ ਕਿਸੇ ਵੀ ਸ਼ਾਇਰ ਦੀ ਗੱਲ ਨੂੰ ਪਕੜ ਕੇ ਆਪਣੀ ਜ਼ਿੰਦਗੀ ਸੁਧਾਰ ਲੈ ਆਉਣ ਤਾਂ ਮੈਂ ਸਮਝਦਾ ਹਾਂ ਕਿ ਇਹ ਜਿਹੜਾ ਸਮਾਂ ਆ ਸਾਡਾ ਅਜਾਈ ਨਹੀਂ ਗਿਆ। ਕਾਂਸੀ TV ਦਾ ਬਹੁਤ ਧੰਨਵਾਦ ਹੈ, ਬਹੁਤ ਸ਼ੁਕਰੀਆ। ਫਿਰ ਆਪਾਂ ਕਵੀ ਦਰਬਾਰ ਅਗਲੇ ਹਫ਼ਤੇ ਜਾਵਾਂਗੇ। ਸਭ ਨੂੰ ਪਿਆਰ ਭਰੀ ਜੈ ਗੁਰਦੇਵ, ਧੰਨ ਗੁਰਦੇਵ ਜੀ।